ਵਾਹਿਗੁਰੂ ਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਚਨਾ ਨੂੰ ਉਚਾਰਨ ਹੋਇਆ ਪਾਵਨ ਸ਼ਬਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 21 ਅੰਗ ਤੋਂ ਸੁਭਾਇਮਾਨ ਹੈ ਜੀ। ਏਕ ਮਨ ਮੂਰਖ ਲੋਭੀਆ, ਲੋਭੇ ਲੱਗਾ ਲੋਭਾਨ। ਸਤਿਗੁਰੂ ਕਹਿੰਦੇ ਇਹ ਜਿਹੜਾ ਸਾਡਾ ਲੋਭੀ ਮਾਨ ਹੈ ਨਾ, ਇਹ ਲੋਭ 'ਚ ਹੀ ਲੱਗਾ ਹੋਇਆ ਹੈ। ਇਹ ਮੂਰਖ ਹੈ, ਕਿਉਂਕਿ ਜਿਹਦੇ ਅੰਦਰ ਲੋਭ ਹੈ ਨਾ, ਉਹਦਾ ਜੀਵਨ ਕੋਈ ਢੰਗ ਦਾ ਨਹੀਂ ਹੋ ਸਕਦਾ। ਮਹਾਰਾਜ ਨੇ ਬਚਨ ਕਹਿ ਕਿ ਲੋਭੀ ਕਾ ਵਿਸਾਰ ਨਾ ਕੀਜੈ, ਜੇ ਕਾ ਭਾਵ ਵਿਸਾਏ ਅੰਤ ਕਾਲ ਤੇ ਫਿਰ ਹੋਏ ਜਿੱਥੇ ਹੱਥ ਨਾ ਪਾਏ। ਵੀ ਲੋਭੀ ਬੰਦਾ ਉੱਥੇ ਧੋਖਾ ਦਿੰਦਾ ਜਿੱਥੇ ਹੱਥ ਨਹੀਂ ਪੈਂਦਾ। ਔਰ ਜਿਹੜਾ ਲੋਭੀ ਉਹ ਮਹਾਰਾਜ ਕਹਿੰਦੇ ਲੋਭ ਦੇ ਵਿੱਚ ਮਨ ਲਗਾ ਲੈਂਦਾ, ਉਹ ਮਨ ਮੂਰਖ ਹੈ। ਮੂਰਖ ਦਾ ਮਤਲਬ ਮੂੰਹ ਰੱਖ ਵੀ ਉਹਨੂੰ ਸਮਝ ਕੋਈ ਨਹੀਂ ਹੈ, ਉਹ ਲੋਕਾਂ ਦੇ ਮੂੰਹ ਰੱਖਦਾ ਹੈ। ਉਹਨੂੰ ਗੁਰੂ ਰੱਬ ਦਾ ਕੋਈ ਮਤਲਬ ਨਹੀਂ ਹੈ ਕਿ ਗੁਰੂ ਨਾਰਾਜ਼ ਹੋ ਜਾਂਦਾ ਹੈ ਜਾਂ ਰੱਬ ਨਾਰਾਜ਼ ਹੋ ਜਾਂਦਾ ਹੈ। ਉਹ ਦੂਸਰਿਆਂ ਨੂੰ ਰੱਖ ਕੇ ਸਾਧ ਬਣਾ ਕੇ ਰੱਖਣਾ ਚਾਹੀਦਾ। ਮਹਾਰਾਜ ਕਹਿੰਦੇ ਹੈ ਵੀ ਉਹ ਲੋਭ ਦੇ ਵਿੱਚ ਹੀ ਲੱਗਾ ਰਹਿੰਦਾ ਦਿਨ ਰਾਤ। ਜਦ ਮਹਾਰਾਜ ਨੇ ਮੁਕਰ ਦੀ ਗੱਲ ਕੀਤੀ ਹੈ ਵੀ ਉਹ ਮੁਰਕੀ ਵਾਸਤੇ ਉਹ ਦਰ ਤੇ ਜਾਂਦਾ ਹੈ, ਢਿੱਡ ਭਰ ਜਾਂਦਾ, ਲੋਭ ਫਿਰ ਵੀ ਉਹ ਟਿਕਟ ਨਹੀਂ ਦਿੰਦਾ ਹੈ। ਤੇ ਲੋਭੀ ਬੰਦਾ ਵੀ ਵੈਸੇ ਤਾਂ ਗੁਜ਼ਾਰਾ ਚੱਲਦਾ ਹੈ ਵਧੀਆ, ਉਹ ਤ੍ਰਿਪਤ ਹੈ ਵੀ ਜੇ ਉਹ ਆਪਣੇ ਆਪ ਤ੍ਰਿਪਤ ਕਰ ਲੇ ਤਾਂ ਠੀਕ ਹੈ, ਪਰ ਨਹੀਂ ਤਾਂ ਫਿਰ ਕ੍ਰਿਸ਼ਨਾ ਦੇ ਕਿਸੇ ਦੀ ਬੁੱਝਦੀ ਨਹੀਂ ਹੈ, ਉਹ ਰੱਜਦਾ ਤੇ ਹੈ ਨਹੀਂ ਹੈ। ਮਹਾਰਾਜ ਕਹਿੰਦੇ ਲੋਭੀ ਮਨ ਜਿਹੜਾ ਇਹ ਮੂਰਖ ਮਨ ਲੋਭ ਦੇ ਪਿੱਛੇ ਹੀ ਲੱਗਾ ਰਹਿੰਦਾ। ਔਰ ਲੋਭ ਦਾ ਹੀ ਇਹਦੇ ਤੇ ਪ੍ਰਭਾਵ ਹੈ। ਕਾਮ, ਕ੍ਰੋਧ, ਲੋਭ ਅਤੇ ਮੋਹ ਪੰਜ ਵਿਕਾਰ ਹੈ। ਲੋਭੀ ਬੰਦਾ ਫਿਰ ਆਪਣੇ ਪਰਿਵਾਰ ਨਾਲ ਧੋਖਾ ਕਰਦਾ ਹੈ, ਰਿਸ਼ਤੇਦਾਰਾਂ ਨਾਲ ਵੀ ਧੋਖਾ ਕਰਦਾ ਹੈ, ਜਿੱਥੇ ਉਹਦਾ ਨਾਂ ਲੱਗਦਾ ਹੈ ਠੱਗੀ ਮਾਰਨ ਦਾ ਯਤਨ ਕਰਦਾ ਹੈ, ਕਿਉਂਕਿ ਅੰਦਰ ਲੋਭ ਹੈ, ਉਹਨੂੰ ਕਦੇ ਰੱਜ ਆਉਂਦਾ ਹੀ ਨਹੀਂ। ਸਬਦ ਨਾ ਪੀਚੈ ਸਾਧ ਕਾ, ਦੁਰਮਤ ਆਵਨ ਜਾਨ। ਕੋਈ ਸ਼ਬਦ ਸੁਣਦਾ ਹੀ ਨਹੀਂ ਤੇ ਸ਼ਬਦ 'ਚ ਉਹਦੇ ਭਿੱਜਣਾ ਕੀ, ਉਹ ਸਾਖਤ ਹੈ। ਸਾਖਤ ਹੁੰਦਾ ਵੀ ਭੈੜੀ ਮੱਤ ਵਾਲਾ। ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਸਾਖਤ ਸਾਖਤ ਨਾ ਕੀ, ਕਬੀਰ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਬਾਸਣ ਕਾਬੂ ਪਰਸੀਏ ਤਉ ਕਛ ਲਾਗੇ ਰਾ। ਵੀ ਭੈੜੇ ਬੰਦੇ ਦਾ ਸੰਗ ਨਹੀਂ ਕਰਨਾ। ਸਾਖਤ ਰੱਬ ਨੂੰ ਟੁੱਟਿਆ ਹੋਇਆ, ਗੁਰੂ ਦੇ ਉਪਦੇਸ਼ ਤੋਂ ਬਾਅਦ ਦੁਰਮਤ ਦਾ ਧਾਰ ਨਹੀਂ ਤੇ ਆਉਣ ਜਾਣ ਦਾ ਗੇੜ ਫਿਰ ਬਣਿਆ ਰਹਿੰਦਾ ਹੈ। ਸ਼ਬਦ ਨਾ ਭੇਜੈ, ਸ਼ਬਦ ਸੁਣ ਕੇ ਉਹ ਭਤੀਜਦਾ ਨਹੀਂ ਹੈ, ਸ਼ਬਦ ਤੋਂ ਉਹ ਸਿੱਖਿਆ ਨਹੀਂ ਲੈਂਦਾ, ਗੁਰੂ ਦੇ ਉਪਦੇਸ਼ ਨੂੰ ਧਾਰਨ ਨਹੀਂ ਕਰਦਾ ਤੇ ਭੈੜੀ ਮੱਤ ਧਾਰਨ ਕਰਕੇ ਫਿਰ ਆਉਣ ਜਾਣ ਦੇ ਗੇੜ ਚ ਪਿਆ ਲੈਂਦਾ ਹੈ ਜੀ। ਸਾਧੂ ਸਤਿਗੁਰ ਜੇ ਮਿਲੈ, ਹਾਂ, ਜੇ ਕਿਤੇ ਉਹਨੂੰ ਸਾਧੂ ਪੂਰਾ ਸਤਿਗੁਰੂ ਮਿਲ ਪਵੇ ਤਾਂ ਫਿਰ ਉਹ ਪ੍ਰਭੂ ਨੂੰ ਗੁਣਾਂ ਦੇ ਖਜ਼ਾਨੇ ਨੂੰ ਉਹ ਸਾਖਤ ਬੰਦਾ ਵੀ ਪਾ ਲੈਂਦਾ ਹੈ। ਸਾਖਤ ਬੰਦਾ ਕਿਤੇ ਗੁਰੂ ਦੀ ਸ਼ਰਨ ਚ ਆਉਣ ਲੱਗਦੇ ਹੈ, ਸਹਿਜੇ ਬਦਲਦਾ ਉਹ ਗੁਰਮੁਖ ਦੀ ਪਦਵੀ ਤੱਕ ਪਹੁੰਚ ਜਾਂਦਾ ਹੈ। ਜੇ ਆਵੇਗਾ ਤਾਂ, ਜੇ ਕਿਤੇ ਉਸ ਭੈੜੇ ਬੰਦੇ ਨੂੰ ਵੀ ਸਾਧੂ ਸਤਿਗੁਰ ਜੇ ਕਿਤੇ ਮਿਲ ਪਏ ਤਾਂ ਪਾਈਏ ਗੁਣੀ ਨਿਦਾਨ ਦੇ ਵੀ ਮੇਰਾ ਜੀਵਨ ਚੰਗਾ ਨਹੀਂ ਹੈ। ਅਸੀਂ ਵੀ ਜਦੋਂ ਕਈ ਕਹਿੰਦੇ ਸੀ ਮੈਂ ਨਸ਼ਾ ਕਰਦਾ, ਗੁਰਦੁਆਰੇ ਮੱਥਾ ਟੇਕਣ ਨਹੀਂ ਜਾਣਾ, ਕੱਲ੍ਹ ਤੇ ਰਾਤ ਦੀ ਸ਼ਰਾਬ ਪੀ ਕੇ ਇਸ਼ਨਾਨ ਪਾਣੀ ਕਰੇ,
जे आएगा तो फिर उन्होंने बात आएगी, जे आएगा तो सारी जिंदगी यही कहता रहा भी मैं गुरुद्वारे नहीं जाना, मैं बाणी नहीं पढ़ सकता जी, मैं ब्याह नहीं कर सकता जी, फिर वो सुधरेगा भी नहीं। कितने गुरु साधु की शरण च पै जाए, वो प्रभु गुणों के खजाने में भाई प्राप्त कर लेता है। मन रे हमें छोड़ मान। सतगुरु कहते रे हिंदी का शब्द इन पंजाबी चो ये बनता है। महाराज कहते मन रे हौमै छोड़ गुमान हौ मैं। मनुख कहते ना मैं ही सियाणा, मैं ही सियाणा, मैं ही सियाणा। महाराज कहते गल छड्ड दे, गुमान त्याग अपने अंदर। बस इसे करके तो मनुख रब नाल जुड़ नहीं सकता। हौमै नाले नाल विरोध है, दोए न बसे बिठाया झूठ न मंगिया। जप हम होते तब तू नाही, अब तू भी मैं नाही। जिन्ना चਿਰ ਸਾਡੇ ਅੰਦਰ मैं है, नाम नहीं है, मन दे हौमै छोड़, मैं ही सियाणा, मैं ही सब कुछ कर सकता है, तो घुमान को अपने अंदरों दूर कर। हर गुर सरवर सेव तू। उस हर गुर सरवर, सरवर वैसे तालाब सरोवर को कहते हैं, गुरु सरोवर की तरह मैल लगी है शरीर से। आप किसी तालाब को सरोवर से स्नान करा तो मैल लग जाती है। गुर तीर्थ दरियाओ, मर्ग तीर्थ भी क्या, दरिया भी क्या, जे तालाब क्या। मर्ज कहते जे आन के स्नान करेगा तो तेरे अंदर की मैल लथेगी। इतने अंदर का असीं स्नान कराना। गुरु एक तालाब की तरह, गुरु को सेवना चाहिए, उन्हें जपना चाहिए है। जे गुरु की सेवा करेगा गुरु की, तो फिर दरगाह च तेन मान मिलेगा, क्योंकि गुरु कर्म ही वो सिख को कराता है जिहड़े दरगाह च प्रवान हो जाए। पंक्तियां बहुत मेरी पढ़िया में दुनिया सेव कमाई है, दरगाह वैश्य कमाई है। फिर रे रे दरगाह कहे ना तू, आओ बैठ आदर छोड़ दे, अनक जगन नहीं होत छुटारा। बहुत सियाणप आगल भाला, हर की सेवा निर्मल हेत। रब की दरगाह शोभा सेत। रब की दरगाह च मान मिलता है, जीव को शोभा मिलती है। इतने गुरु की सेवा करे, गुरु वो कारज बनाता है ਜਿਹੜੇ रब के घर प्रवान होते हैं, ਜਿਹੜੇ गुरु कारज के सानू लाएगा, वो जीव वाहिगुरु के घरे प्रवान होएगा। ਉਹਦਾ ਸਾਦਾ जीवन ही गुरु प्रवान करवा दिता है। विश्राम दे के महाराज कहते ਹਨ राम नाम जप दिन रात। सतगुरु कहते मनुख परमात्मा का दिन रात नाम जप। ये साडे सवाल का जवाब भी कितना चिर सानू जपना चाहिए, किन्नी कुछ बाणी पढ़नी चाहिए है। चलो दास ने बहुत मेरी बेनती की, हिंदुस्तान के महापुरुषों ने 2.5 घंटे की गल की, तुम 24 घंटे जो 2.5 घंटे कितने कढो, ਤੁਹਾਡਾ जीवन प्रवान हो सकता। गुरु को पूछोगे, सतगुरु इन्नी छूट नहीं देता है, पर इन्होंने कहा दिन रात को जाप हर जापदे खिन ढेर ना कीजे मेरी जिंदड़ीए। मत के जापे साह आवे के ना आवे राम। हरेक साह नाल जप की पता कितना को साह बाकी है। सास सास सिमरो गोबिंद, हरेक साह नाल असीं उहनूं जपना है। जिन्ना चिर असीं जिउंदे हैं, कल भी बेनती की, जप लग जरा रोग नहीं आया, जप लग काल नसी नहीं पाया, जप लग विकल भई नहीं बाणी भजदे ने मन सारग बाणी। महाराज कहते उन्ना चिर ही जप जिन्ना चिर श्वास चलते। दिन रात उद्यम करो मिट भागियो, सिमरो हर हर राए। उद्यम कर दिन रात वाहिगुरू की याद च बतीत कर। गुरमुख उस नाम को हद धन जाने, यही सच्चा धन है जिहड़ा गुरु तो मिलता। गुरु कहते जप जो जपिया ये साडे नाम दाना, ये नाम धन साडी रूह दे विच, जिवें आपां पैसे सेव करदे ना तिजोरी च खजाने च अपने घर के अंदर, इस तरह नाम साडी सुरत च सेव हो जाता है। फिर रब दे घर भाई इहदी कीमत पैंदी है। सब सुख हर रस भोगने। जदों कोई नाम दे नाल जुड़ जाता है, सब सुख नाम च ही है। तो फिर मनुख आत्मक तौर पर रस भी भोगता है। एक तो होंदा बाहरी रस, जब बाहरी कोई सुख की शरीर की सहूलत को प्राप्त कर सकता है। और महाराज कहते सदीप काल वास्ते तो सुख भोगने ने, जे रस भोगने चाहना गुरमुखो जिन्ना रस नाम च है ना, जिन्ना आनंद नाम च उन्ना बाहरी रसा च नहीं है। शकर खंड प्रवान गुण बाकियों बाधा
ਸਭੇ ਵਸਤੂ ਮਿੱਠੀਆਂ ਰਾਵਣਾ ਉਜੜ ਦੁੱਧ ਵਸਤੂਆਂ ਬੜੀਆਂ ਮਿੱਠੀਆਂ ਰਸ ਹੈ ਇਹਨਾਂ 'ਚ ਪਰ ਮਹਾਰਾਜ ਕਹਿੰਦੇ ਜਿੰਨਾ ਨਾਮ 'ਚ ਰਸ ਹੈ ਭਾਈ ਉਹਨਾਂ ਅਸੀਂ ਪਦਾਰਥਾਂ 'ਚੋਂ ਰਸ ਨਹੀਂ ਪਾ ਸਕਦੇ ਹਾਂ। ਸੰਤ ਸਭਾ ਮਿਲ ਗਿਆਨ ਸੰਤਾਂ ਦੀ ਸਭਾ 'ਚ ਮਿਲ ਕੇ ਗਿਆਨ ਇੱਥੋਂ ਪ੍ਰਾਪਤ ਹੋਣਾ ਹੈ ਜੀ। ਸੰਤ ਦਾ ਨਾਮ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਬ ਗਵਾਇਓ। ਮਹਾਰਾਜ ਸਾਨੂੰ ਪ੍ਰੇਰਨਾ ਵੀ ਕਰਦੇ ਭਾਈ ਸੰਗਤ ਰੋਜ਼ ਕਰਨੀ ਚਾਹੀਦੀ ਹੈ। ਸੰਤ ਇੱਥੇ ਇਹਦਾ ਅਰਥ ਅਸੀਂ ਗੁਰੂ ਵੀ ਕਰ ਸਕਦੇ ਹਾਂ। ਗੁਰੂ ਦੀ ਸਭਾ 'ਚ ਬੈਠ ਕੇ ਸਾਨੂੰ ਗਿਆਨ ਮਿਲਦਾ ਹੈ ਜਾਂ ਬੜੇ ਪੁਰਖਾਂ ਦੀ ਵੀ ਸੰਗਤ ਹੁੰਦੀ ਹੈ ਜਿਹੜੇ ਜਪਣ ਵਾਲੇ ਹੈ। ਅਸੀਂ ਉਹਨਾਂ ਦੀ ਸੰਗਤ 'ਚ ਬੈਠ ਕੇ ਚੰਗੇ ਗੁਣ ਸਿੱਖ ਸਕਦੇ, ਉਹਨਾਂ ਤੋਂ ਗਿਆਨ ਪ੍ਰਾਪਤ ਕਰ ਸਕਦੇ ਹਾਂ। ਨਿਤ ਐਨਸ ਹਰ ਤਤ ਸੇਵਿਆ ਨਿਤ ਦਿਨ ਰਾਤ ਉਸ ਪ੍ਰਭੂ ਨੂੰ ਫਿਰ ਸੇਵਨਾ ਕੀਤਾ। ਕਦੋਂ ਜੀ? ਸੰਤਾਂ ਦੀ ਸੰਗਤ 'ਚ ਬੈਠ ਕੇ, ਉਹਨਾਂ ਦੀ ਸ਼ੋਭਤ 'ਚ ਬੈਠ ਕੇ। ਜਦੋਂ ਅਸੀਂ ਕਿਸੇ ਭਲੇ ਕੋਲ ਬੈਠਾਂਗੇ ਸਭ ਨਾਮ ਜਪਾਏਗਾ। ਉਹ ਕਹੇਗਾ ਕਿਉਂਕਿ ਉਹ ਆਪ ਜਪਦੇ ਦੂਸਰੇ ਨੂੰ ਪ੍ਰੇਰੇਗਾ ਜ਼ਰੂਰ ਭਾਈ ਤੁਸੀਂ ਵੀ ਜਪੋ। ਜਦੋਂ ਸੰਤਾਂ ਦੀ ਸਭਾ 'ਚ ਬੈਠੇ ਤੇ ਭਾਈ ਉਹ ਨਾਮ ਦਾ ਖਜ਼ਾਨਾ ਵੀ ਫਿਰ ਪ੍ਰਾਪਤ ਹੋਇਆ ਜੀ। ਸਤਿਗੁਰ ਦੀਆ ਨਾਮ ਫਿਰ ਸਤਿਗੁਰਾਂ ਨੇ ਉੱਠ ਕੇ ਨਾਮ ਦੀ ਦਾਤ ਦੇ। ਪਹਿਲਾਂ ਸੰਗਤ 'ਚ ਆਉਣਾ ਪਹਿਲਾਂ ਕਰਨਾ, ਫਿਰ ਨਾਮ ਮਿਲਦੇ ਸੰਗਤ 'ਚ ਬੈਠਿਆ। ਆਪਾਂ ਗੁਰੂ ਸਾਹਿਬ ਦਾ ਸੰਗ ਕਰਦੇ ਪਹਿਲਾਂ ਤੇ ਆ ਹੀ ਪਏ, ਅਜੇ ਸਵਾਸ ਕਰਕੇ ਕਿਸੇ ਨੂੰ ਨਹੀਂ ਮਿਲਿਆ ਹੋਏਗਾ, ਅਜੇ ਰੋਮ ਤੱਕ ਪਹੁੰਚਣਾ ਹੈ, ਅਜੇ ਰਸਨਾ ਤੋਂ ਜਪਣਾ ਅਸੀਂ ਸ਼ੁਰੂ ਕਰਨਾ ਜਾਂ ਕੀਤਾ ਹੋਇਆ। ਸੁਣਿਆ ਗੁਰੂ ਤੋਂ ਗਿਆਨ ਵੀ ਸਭ ਤੋਂ ਵੱਡਾ ਕੋਈ ਖਜ਼ਾਨਾ ਨਾਮ ਦਾ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ। ਫਿਰ ਅਸੀਂ ਜਪਣਾ ਸ਼ੁਰੂ ਕੀਤਾ। ਗੁਰੂ ਤੋਂ ਗਿਆਨ ਲਿਆ ਵੀ ਜਪਣ ਹੀ ਆਏ ਹੈ, ਜਪਣਾ ਹੀ ਚਾਹੀਦਾ ਤੇ ਫਿਰ ਉਹ ਖਜ਼ਾਨਾ ਪ੍ਰਾਪਤ ਜਦੋਂ ਜਪਣਾ ਸ਼ੁਰੂ ਕਰ ਦਿੱਤਾ ਫਿਰ ਉਹ ਖਜ਼ਾਨੇ ਦੀ ਪ੍ਰਾਪਤੀ ਹੋ ਗਈ। ਕੂਕਰ ਦਾ ਅਰਥ ਕੁੱਤਾ ਕਹਿੰਦੇ ਆ, ਕੂੜ ਝੂਠ ਕਮਾਈ ਹੈ। ਕਹਿੰਦੇ ਜਿਹੜਾ ਕੂਕਰ ਹੈ ਨਾ, ਇੱਥੇ ਕੂੜ ਦਾ ਅਰਥ ਝੂਠ ਹੈ, ਉਹਦੇ 'ਚ ਉਹ ਮਾਰਦਾ ਹੈ ਭਾਵ ਕਿ ਜਿਹੜਾ ਸਾਗਤ ਮਨੁੱਖ ਹੈ, ਜਿਹੜਾ ਦੁਰਮਤੀ ਹੈ ਜਾਂ ਮਨਮਤੀ ਹੈ, ਮਰਦ ਕਹਿੰਦੇ ਉਹ ਕੂੜ ਹੀ ਕਮਾਉਂਦਾ ਹੈ ਜੋ ਝੂਠ ਹੀ ਇਕੱਠਾ ਕਰ ਰਿਹਾ ਹੈ। ਉਹ ਕਈ ਵਾਰੀ ਗੁਰੂ ਦੀ ਨਿੰਦਾ ਵੀ ਕਰਦਾ। ਸਾਗਤ ਬੰਦਾ ਜਿਹੜਾ, ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖੋ, ਜੇ ਕਿਸੇ ਕੋਲ ਗਿਆਨ ਹੈ ਦੂਸਰਾ ਬੰਦਾ ਤੁਹਾਡੇ ਤੋਂ ਵੀ ਸਿਆਣਾ ਬਣੇਗਾ। ਤਾਂ ਕਿਸੇ ਨੂੰ ਬਹੁਤਾ ਕਹੋ ਨਾ ਵੀ ਜਪ, ਉਹ ਫਿਰ ਵੀ ਭਾਈ ਅੰਮ੍ਰਿਤ ਛਕ ਨੂੰ ਇਹ ਕਰਨਾ ਚਾਹੀਦਾ। ਉਹ ਕਹਿੰਦੇ ਫਲਾਣੇ ਜਿਹਨੇ ਛਕਿਆ ਸੀ ਉਹ ਕੀ ਕਰਦਾ, ਫਲਾਣੇ ਨੇ ਕੀ ਕੀਤਾ। ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ, ਤੇਰੇ ਨਾਲੋਂ ਤੇ ਚੰਗੇ ਹੀ ਹੋਣਗੇ ਦੂਸਰੇ ਵੀ ਅਸੀਂ ਉਹ ਗੱਲ ਕਰਦੇ ਵੀ ਅਸੀਂ ਜੁੜਨਾ ਨਹੀਂ। ਕੋਕਰ ਕੂੜ ਕਮਾਈਏ ਗੁਰ ਨਿੰਦਾ ਪਚੈ ਪਛਾਣ। ਉਹ ਫਿਰ ਗੁਰੂ ਦੀ ਨਿੰਦਿਆ ਵੀ ਕਰ ਦਿੰਦਾ ਹੈ ਕਿਉਂਕਿ ਉਹਦੇ ਅੰਦਰ ਹੈ ਹੀ ਝੂਠ ਹੈ, ਸੱਚ ਤੇ ਹੈ ਹੀ ਨਹੀਂ ਨਾ। ਫਿਰ ਗੁਰ ਨਿੰਦਾ ਪਚੈ ਪਛਾਣ, ਗੁਰੂ ਦੀ ਨਿੰਦਿਆ ਵੀ। ਉਹਦਾ ਇਤਿਹਾਸ ਖੋਲੀਏ ਸਾਨੂੰ ਇਹੋ ਜਿਹੀਆਂ ਸਾਖੀਆਂ ਮਿਲਦੀਆਂ। ਜਾਂ ਅਸੀਂ ਹੁਣ ਜਿਹੜਾ ਵਰਤਮਾਨ ਦੇ ਅੰਦਰ ਵੀ ਅਸੀਂ ਵੇਖ ਰਹੇ ਹਾਂ ਵੀ ਸਾਡੇ ਗੁਰੂ ਸਾਹਿਬ ਤੇ ਕੋਈ ਸ਼ਰਧਾ ਨਹੀਂ ਰਹੀ ਹੈ ਤੇ ਗੁਰੂ ਸਾਹਿਬ ਨੂੰ ਅਸੀਂ ਸਿਰਫ ਵਰਤਣਾ ਸ਼ੁਰੂ ਕਰ ਦਿੱਤਾ। ਸਾਡੇ ਘਰੇ ਕੋਈ ਸਰੀਰ ਚੜ੍ਹਾਈ ਕਰਦਾ, ਚਲੋ ਲਾਇਓ ਗੁਰੂ ਨੂੰ ਜੀ, ਸਾਡੇ ਘਰੇ ਕੋਈ ਖੁਸ਼ੀ ਹੈ ਗੁਰੂ ਸਾਹਿਬ ਨੂੰ। ਉਹ ਅਸੀਂ ਇਹ ਕਿਤੇ ਨਾ ਕਿਤੇ ਗੁਰੂ ਸਾਹਿਬ ਨਾਲ ਸਾਡਾ ਪਿਆਰ ਨਹੀਂ ਹੈ। ਚਲੋ ਉਹ ਸਾਡੇ ਕਾਰਜ ਗੁਰੂ ਕਰਦਾ ਹੈ, ਪਰ ਅਸੀਂ ਕਿਤੇ ਨਾ ਕਿਤੇ ਉਹ ਸਿਰਫ ਵਰਤਦੇ ਹੀ ਹੈ ਗੁਰੂ ਸਾਹਿਬ ਜੀ, ਜੁੜੇ ਹੋਏ ਝੂਠ ਨਾਲ ਆ। ਗੁਰੂ ਦੀ ਸਿੱਖਿਆ ਦੇ ਨਾਲ ਚੱਲਦੇ। ਅਸਲ ਤੇ ਗੁਰੂ ਦਾ ਪਿਆਰ ਸਤਿਕਾਰ ਹੈ ਗੁਰੂ ਦੀ ਸਿੱਖਿਆ ਦੀ ਚੱਲਦਾ। ਔਰ ਅਸੀਂ ਆਪਣੇ ਆਪ ਨੂੰ ਗੁਰੂ ਸਾਹਿਬ ਨਾਲੋਂ ਵੀ ਚੰਗਾ, ਜਿਹੜਾ ਆਪਣੀ ਜਾਂ ਕਿਸੇ ਨੂੰ ਕਹੀਏ ਭਾਈ ਉਹ ਕਹਿੰਦਾ ਵੀ ਨਹੀਂ ਲੋੜ ਹੀ ਨਹੀਂ ਹੈ, ਉਹ ਆ ਫਿਰ ਇਹਦਾ ਮਤਲਬ ਗੁਰੂ ਸਾਹਿਬ ਨੇ ਆਪ ਨੂੰ ਪ੍ਰਾਪਤ ਕੀਤਾ ਹੀ ਅਸੀਂ ਗੁਰੂ ਸਾਹਿਬ ਨਾਲੋਂ ਸਿਆਣੇ ਆ। ਉਹ ਫਿਰ ਗੁਰੂ ਸਾਹਿਬ ਦੀ ਵੀ ਨਿੰਦਿਆ ਕਰਦਾ ਜਿਹਦੇ ਅੰਦਰ ਝੂਠ ਹੈ, ਕੂੜ ਹੈ। ਉਹ ਭਰਮ 'ਚ ਪਿਆਰ ਰਹਿੰਦਾ ਤੇ ਘਣੋਂ ਦੁੱਖ ਉਹਦੇ ਅੰਦਰ ਹੁੰਦਾ ਹੈ, ਘਨੇਰਾ ਦੁੱਖ ਹੈ। ਜਿਹੜਾ ਭਰਮ 'ਚ ਮਨੁੱਖ ਹੈ ਨਾ, ਉਹ ਕਦੇ ਪ੍ਰਮਾਤਮਾ ਦੀ ਪ੍ਰਾਪਤੀ, ਉਹ ਗੁਰੂ ਦੀ ਖੁਸ਼ੀ ਦਾ ਪਾਤਰ ਨਹੀਂ ਬਣ ਸਕਦਾ। ਭਾਗੋਏ ਭਰਮ ਭੁਲਾਣਿਆ ਦੂਜਾ ਲੱਗਾ, ਹੇਤ ਉਹਦਾ ਹਿੱਤ ਦੂਸਰੇ ਦਾ ਲੱਗਾ ਹੈ ਨਾ। ਉਹ ਭਰਮ 'ਚ ਇੱਧਰੋਂ ਕੁਝ ਮਿਲੇਗਾ ਜਾਂ ਉੱਧਰੋਂ ਕੁਝ ਮਿਲੇਗਾ। ਗੁਰੂ ਕੋਲ ਕੁਝ ਹੈ ਵੀ ਇਹ ਨਹੀਂ ਹੈ, ਜਾਂ ਆਹ ਦਲ ਚੰਗਾ ਆਹ ਦਲ ਚੰਗਾ। ਮਰਦ ਕਹਿੰਦੇ
जो घने दुख का भी सामना करता है। ਜਪ ਪਾਠ ਕਰੈ ਬਲਹਾਨ कहते फिर जप मारते बुढ़ानदार तो गुज्जी मारते इतने जमादार तो बकार भी है जी। मनमुख बंदे को बकार मारते दुखी होता है जरूर। मनमुख बंदा बकारा करके दुखी है। वेखो भी भावें सुखी लगता है वो बकार मार ले तो गुज्जी मार उन्होंने बस पै मन लो कि बंदा बेबचारी बकारी है वो बाहर बकार भूलता है तो घरों तो प्यार सत्कार थोड़ी मिलने वाला है तो दुखी है। कोई बंदा बाहर पाप करता है घरे आन के सुख की नींद किमें सौ सकता है। बाहर बकार भोग के आता है वो सुखी नहीं हो सकता। हाँ आप तो बंदा कोई बेशर्म के कुकर की महाराज ने गल की होवे वो बेशर्मी के तौर पर दुख में भी अपने आप को ऐ महसूस करवाएगा कि मेरे वर्गा सुखी नहीं। पर महाराज कहते जोड़े मनुख बकारा के अधीन ने कभी सुख नहीं भोग सकते वो जमा की मार हमेशा खाते रहते हैं। ਮਨਮੁਖ ਸੁਖ ਨਾਮ ਪਾਈਐ मनमुख को सुख नहीं प्राप्त होता है। मनमुख बंदा कभी सुखी होएगी सहूलतां ਉਹਦੇ ਕੋਲ ਜ਼ਰੂਰ ਹੋ ਸਕਦੀਆਂ। मनमुख ਕੋਲ चंगे मकान च रहिंदा हो सकता है चंगी सवारी ਉਹਦੇ ਕੋਲ हो सकती खुली ਜ਼ਮੀਨ हो सकती है ਉਹਦੇ ਕੋਲ पैसा खुला हो सकता है वो कपड़े चंगे पा सकता अपनी बॉडी ते वो सारिया सहूलतां पा सकते पर वो सुखी नहीं है। महाराज ने बहुत बारी इस विषय के साथ बचन साझे किए। सहूलतां किसी को हो सकती है मनमुख सुख ना पाइए। मनमुख के जीवन में सुख नहीं किसी पास कोई सुख प्राप्त नहीं करता है। ਗੁਰਮੁਖ ਸੁਖ ਸੁਭਾਵ गुरमुख वो सुख इकट्ठे कर लेते हैं। गुरमुख के अंदर आनंद वो दुनियावी तौर पर मुखाबे करके नहीं भी वो अपने आप को सुखी बोलते वो दुख के समय च भी सुखी है। सानू कई बार ना देखा लगता भी इन्हों का गुजारा ही नहीं चलता कि गरीब बंदा बड़ा दुखी होता है कई बार वो अमीर बंदे नालों सुखी होता है। जरूरी नहीं धन वाले सुखी है वेखो तो कुछ होर होता है असल में कुछ होर होता है उसके जीवन से। भाई पंथ की साखी आप बहुत मेरी सुनी है भी वो गुरु साहब की चरण शरण से जाता है। गुरु अर्जन साहब महाराज जी कहता महाराज जी मैनू अपने चरणों में जोड़ो तो महाराज ने कहा सिੱਖੀ तो सिੱਖੀ नहीं टिकती है क्योंकि उन्हें कभी किसी की जगह बनाई होती है वो पीर की कहता महाराज सिੱਖੀ तो प्राप्त करनी। महाराज कहते फिर एक बेटी से चढ़ जाओ वह बनया रहा जी पूजा करता जहाँ फिर इधर जुड़ना पैना। कहता जी थोड़े चरणों में जुड़ना है उन्हें जाके जगह ढा दी जी घरे गया। जो जगह ढाई तो गुरु साहब ने थोड़ी जी कसवटी लाई क्योंकि सेवा बड़ी वड्डी लैनी है। कई बार अं जुड़ते हैं कसवटी भी कोई नहीं तुरे होने तो प्राप्ति भी फिर कोई नहीं होती है जी। सोना उही निखरता है जो कठाली च पैंदा है जो कठाली तो बचना चाहते वो निखरता भी नहीं है वो शुद्ध भी नहीं होता है। तो महाराज ने फिर नाल दी नाल एक कसवटी लाई भी वो हैगा ही पिंड का चौधरी भाई पंच सरपंच मुखी तो सारे पिंड को तो उन्हें जोड़िया ही उस पीर के नाल घर अपनी जगह बनाई है। उन्होंने ढा दी कहता भी मैं तो गुरु अर्जन साहब जी के चरणों जुड़ गया भाई तुम वेखो पिंड वाले कहता मैं तो कहना तुम्हें भी उधर जुड़ना चाहिए। वो कहते जी घरदियां ने विरोध किया भाई पंथ के घरदियां ने कहते तुम्हें ऐ नहीं करना चाहिए। कहता जी हम गुरु साहब नाल जुड़ गया हुण किसी की कोई परवाह नहीं फिर थोड़ा जिहा बुरा वक्त आया जी भाई पंथ के उपर कहते हैं भी वो पशु जोड़े हैं वो मर गए ਉਹਦੀ ਚੌਧਰ ਹੋ ਸਕੀ ਪਿੰਡ ਵਾਲਿਆਂ ਨੇ ਲਾ ਦਿੱਤਾ ਜੀ ਹੋੜੇ ਸਾਡੇ ਨਹੀਂ ਕੰਮਦਾ ਰਿਹਾ। ਉਹ ਬੜਾ ਬੁਰਾ ਵਕਤ ਉਹ ਪਿੰਡ ਚੋਂ ਫਿਰ ਨਿਕਲਿਆ ਆਪਣੀ ਘਰ ਵਾਲੀ ਨੂੰ ਉਹਨੇ ਆਪਣੇ ਨਾਲ ਕਰ ਲਿਆ ਕਹਿਣ ਲੱਗਾ ਵੀ ਇਹ ਜੀਵਨ ਵਾਰ-ਵਾਰ ਨਹੀਂ ਮਿਲਣਾ ਤੇ ਕਿੰਨਾ ਵਿਚਰ ਕਬਰਾਂ ਨੂੰ ਮੱਥੇ ਟੇਕਦੇ ਰਹਾਂਗੇ। ਉਹਨੇ ਜਿਹੜੀਆਂ ਗੱਲਾਂ ਸੁਣੀਆਂ ਸੀ ਗੁਰੂ ਕੋਲੋਂ ਵੀ ਪੁਰਤੇ ਨੂੰ ਮੱਥੇ ਟੇਕਿਆ ਕੀ ਲਾਭ ਮਿਲਦਾ ਸਾਡਾ ਜਾਗਤ ਜੋਤ ਜਾਪੇ ਇਸ ਬਾਸਰ ਜਾਂ ਸਤਿਗੁਰ ਜਾਗਦਾ ਹੈ ਦਿਓ ਗੁਰੂ ਹਾਜ਼ਰ ਨਾਜ਼ਰ ਹੈ। इतने दुनियावी तौर पर सहूलत नहीं चाहिए आत्मक आनंद चाहिए आत्मक खुशी चाहिए है वो गुरु अर्जन साहब जी में मिल सकती जे सुख दे तो तुझे आराम दुख भी तुझे क्या ये अवस्था गुरु में प्राप्त हो सकती है। चलो जी फिर अपना गुजारा कि सड़क के कंढे से भी करते जो इतिहास लिखे है कि कहीं होर पिंड जाके झुग्गी पा के अपना गुजारा जो करते हैं कमाई करके लिखते हैं छकते हैं फिर अमृतसर चले जाते हैं
वो भाई पंज बालन ढोण का काम करता है, गुरु के लंगरां के अंदर सुक्का बालन लियाउंदे। एक दिन हनेरी आ जाती है, आप जी अमृतसर साहिब जाते हो ना, तो वो शहीदां गुरुद्वारे तो पहले एक नहर आती है। जो आप नहर को पार करते तो नहर पार करदे सज्जे हथ दरवाजा बनया बड़ा वड्डा भाई पंज का, उत्थे खूह है, गुरुद्वारा है, अमृतसर तो बाहर ही है। तो वो दर्शन कितने आप जी जरूर करो, बिल्कुल नाल ही है। वो सारा इतिहास उत्थे मिलिया मिलता है। उत्थे मेरे रिश्तेदार बिल्कुल नाल ही रहते, कई मेरी दो बारी जान का उत्थे समा मिलिया, मौका मिलिया। वो खूह च डिग पैंदा भाई पंज के, पंड वो सिर के उपर सुक्का बालन से इकट्ठा किया, उत्थे ही हनेरी आ गई, नहीं आ गया तो घटा होने करके खूह दिसिया ना, खूह च डिग पैंदा। गुरु अर्जन साहिब जी बैठे हुए हैं अमृतसर की जगह पर, जिथे सेवा करा रहे महाराज हरमंदर साहब है। तो महाराज ने जल्दी जल्दी सिखा को कहा भी रस्सा लियाओ, जल्दी साढ़े पिछे आओ। इतिहास से कहता भी नंगे पैरी महाराज उतों दौड़ के, मेरे ख्याल काफ़ी 4-5 किलो का रस्ता होना उतों अमृतसर को, जो भाई मंद महाराज आए थे। महाराज आप सामने नहीं हुए खूह के उपर, आ गए खूह के कंढे से, सिख पिछे पिछे दौड़ते आए। महाराज ने सिखा का रस्सा लुकाओ थले, तो भाई पंज को कहो बाहर निकला। जो सिखा ने रस्सा लुकाया, महाराज ने आप सामने होकर दर्शन दिते। उन्होंने भी ऐ लगा भी सिख ही आए ने, उन्होंने आवाज पा दी भाई पंज जी तुम खूह च डिगते हो, तो बाहर आओ अं रस्सा लुकाने। तो भाई पंज थल्लों कहते जी गुरु के लंगर वास्ते बालन की जरूरत है, पहला बालन बाहर कटो, कोई नहीं असी फिर शरीर को नहीं बाहर निकल जाएगा। उन्हें बालन को रस्सा पाया, पहला बालन बाहर कटिया, फिर रस्सा लुकाया, भाई पंज बाहर आए। तो जो बाहर आए तो गुरु अर्जन साहिब जी को खड़िया देखा खूह के कंढे के भाई पंज ने। सतगुरां के नेत्रां च बड़ा प्यार झलकिया भाई पंज वास्ते। जो मन है जोड़ा कहना ही सिक्खी चाहिए है, पर ने कहा सिक्खे तो सिक्खे ने बड़ा बुरा भगत देखा भाई पंज ने। और अज गुरु साहब की बख्शिश वरती, जो भाई पंज ने बाहर निकल के महाराज वाल वेख्या, महाराज किरपा के नाल महाराज के नेत्र भरे हुए हैं। मत्था टेकिया गुरु अर्जन साहब को, जो मत्था टेकिया तो वेख्या महाराज के चरणों च जोड़ा नहीं है। तो सिख उन्हें जब बोल के कहते पंज सच जाने गुरु तेरे नाल बड़ा प्यार करते, इनू खूह च डिग्गा न वेख के महाराज को जोड़ा पाने का समा नहीं मिलिया। महाराज ने सुझिया ही नहीं कि जोड़ा नहीं पाना, नंगे चरते महाराज इन्नी दूर दौड़ के आए हैं। तो भाई पंज ने कहा महाराज इन्ना प्यार करके इसे करके तो तुहाडे चरणों नाल जुड़े हाँ। फिर महाराज ने गल लाया भाई पंज को, पंज प्यारा गुरु पंज प्यारा, पंज गुरु का कोई फायदा लगन आला। महाराज कहते पंज तत् विचार जय मथुरा, जग तारण को अवतार बनायो, जपियो जिन अर्जन देव गुरु, फिर संकट जोड़ घर बनायो। गुरु अर्जन साहब को जप के ही नहीं संकट जोड़ तो लोग बचनगे। भाई पंज जिहड़ा तेरा भी शरदा नाम लएगा भव सागर को भी पार हो जाएगा। महाराज ने इन्नी बख्शिश अपना रूप दिता भाई पंज ने। तो महाराज ने लिया अमृतसर आए, तो महाराज ने सारे सिखों को अगले दिन दीवान सद्या तो भाई पंज को सामने बिठा लिया। तो भाई पंज को महाराज ने मंजी बख्शिश की, प्रचार दिखाया जी। महाराज ने कहा भी भाई पंज तेरी सेवा प्रवान हो गई है, तू कसवट्टी से खड़ा उतरिया। तो भाई पंज को 22 पिंडों का प्रचार दिखाया भी 22 पिंड तुहाडे देन ने मामला भी तुसीं तुहानूं सेवा भी तुहाडी 22 पिंड जो आएगा तुहाडा सत्कार भी करनगे। महाराज ने कहा तुहाडे तो पिंड वाले ने एक पिंड की चौध रखोई है, तुहानूं 22 पिंडों का पाल बनाउणे है। फिर वो प्रवान हो गया जी। इतने महाराज जी गल कर रहे हैं कि जे भरत के अंदर है तो घट दुख है, तो जे मन के पिछे लगते हैं तो सुख नहीं है। तो जे गुरमुख सुख सुभान गुरु सिख को सारू सुख दिता है, गुरमुख को सुख मिलता है। हुण वेखण वाला दास जी बेनती करनी चाहता है, जो भाई पंज के डंगर मर गए, चलो वो कोई कारण सी, कोई बीमारी फैली हुई है। भाई पंज की कहते जमीन विक गई, वो घर उन्होंने पिंड छड्ड के जाना पिया। लोगों को ऐ लगता है भाई पंज बहुत दुखी ने होने का, तो बचिया ही कुछ नहीं। पर भाई पंज को पुछ के जो वेखता है, भाई पंज कहते जिन्ने आनंद च गुण पाए तो आनंद सानू कदे प्राप्त होया ही नहीं है। देखने को कई बार लगता है भी ये बंदा सुखी नहीं हो सकता, वो आनंद च होंगे जिन्होंने असीं सुखी मान लेंगे भी ये बड़ा सुखी है, असल में सुखी नहीं जी होता। सुख अंदर का है गुरमुखो, सुख बाहरों नहीं कितों मिलता। जे तुहाडी आत्मा तुसीं किसी विआह चले जाओ
ਜੇ ਤੁਸੀਂ ਅੰਦਰੋਂ ਖੁਸ਼ ਨਹੀਂ, ਜੇ ਤੁਹਾਨੂੰ ਉਹ ਢੋਲ ਵੀ ਤੁਹਾਨੂੰ ਜਮਾ ਦੀ ਤਰ੍ਹਾਂ ਲੱਗੇਗਾ, ਤੁਹਾਨੂੰ ਉਹ ਸਾਰੀਆਂ ਖੁਸ਼ੀ ਚੰਗੀ ਨਹੀਂ ਲੱਗੇਗੀ, ਕਿਉਂਕਿ ਤੁਸੀਂ ਅੰਦਰੋਂ ਸੁਖੀ ਨਹੀਂ ਜੇ। ਜੇ ਤੁਸੀਂ ਅੰਦਰੋਂ ਸੁਖੀ ਜੇ, ਤੁਸੀਂ ਕਿਸੇ ਉਹੋ ਜਿਹੀ ਜਗ੍ਹਾ ਦੇ ਵਿੱਚ ਚਲੇ ਜਾਓ ਜਿੱਥੇ ਰੋਣ ਪਿੱਟਣ ਧੋਣ ਹੈ, ਤੁਸੀਂ ਫਿਰ ਵੀ ਆਨੰਦ 'ਚ ਬੈਠੇ ਰਹੋਗੇ। ਇਹ ਉਹਦਾ ਹੁਕਮ ਹੈ, ਉਹਦੀ ਰਜ਼ਾ ਹੈ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਸਾਰੇ ਸੁੱਖ ਪ੍ਰਾਪਤ ਕਰ ਲੈਂਦਾ ਹੈ ਜੀ। ਮਹਾਰਾਜ ਕਹਿੰਦੇ ਬੰਦਾ ਇੱਥੇ ਧਨ ਦੀ ਪਿੱਟਦਾ, ਅਸੀਂ ਧੰਦੇ ਹੀ ਪਿੱਟਦੇ ਆ। ਕਿੰਨੇ ਸਾਲ ਸਾਨੂੰ ਧੰਦਾ ਕਰਦਿਆਂ ਨੂੰ ਹੋ ਗਏ ਆ। ਧੰਦਾ ਕਰਕੇ ਤੇ ਗੁਰਦੁਆਰੇ ਆਉਣ ਦਾ ਕਿੰਨਾ ਕੋਈ ਟਾਈਮ ਨਹੀਂ, ਧੰਦਾ ਕਰਕੇ ਤੇ ਜਪਣ ਦਾ ਟਾਈਮ ਨਹੀਂ। ਮਹਾਰਾਜ ਕਹਿੰਦੇ ਇੱਥੇ ਬੰਦਾ ਧੰਦ ਪਿੱਟਦਾ ਰਹਿੰਦਾ ਹੈ। ਰੱਬ ਦੇ ਘਰੇ ਸੱਚ ਲਿਖਤ ਪ੍ਰਵਾਨ, ਜੇ ਅੰਦਰ ਸੱਚ ਲਿਖ ਲਾਂਗੇ ਨਾ ਅੱਜ ਆਪਣੇ ਹਿਰਦੇ 'ਚ, ਉਹ ਪ੍ਰਵਾਨ ਹੋਣਾ ਹੈ। ਧੰਦਾ ਕਰਦਿਆਂ ਨਿਫੜ ਜਨਮ ਗਵਾਇਆ ਵਾਲੀ ਅਸੀਂ ਬਿਰਤੀ ਨੇ ਧਾਰਨ ਕਰਨੀ ਹੈ। ਲਿਖ ਨਾਮ ਸਲਾਹ ਲਿਖ ਅੰਤ ਨਾ ਬਾਰਾਂਵਾਰ। ਚੰਗਾ ਕੁਝ ਆਪਣੇ ਅੰਦਰ ਲਿਖਾਂਗੇ, ਉਹ ਲਿਖਤ ਰੱਬ ਦੇ ਘਰ ਪ੍ਰਵਾਨ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਹਰ ਸੱਜਣ ਗੁਰ ਸੇਵਦਾ, ਗੁਰੂ ਸੱਜਣ ਹਰ ਨੂੰ ਸੇਵਦਾ। ਚਲੋ ਆਪਾਂ ਇਹਦੇ ਅਰਥ ਕਰ ਸਕਦੇ ਹਾਂ, ਗੁਰੂ ਰੱਬ ਦਾ ਸੱਜਣ ਹੈ ਤੇ ਅਸੀਂ ਗੁਰੂ ਦੇ ਸੱਜਣ ਮਿੱਤਰ ਹੈ। ਸਾਨੂੰ ਸਤਿਗੁਰੂ ਆਪਣੇ ਮਿੱਤਰ ਕਹਿੰਦਾ, ਜਾਂ ਭਰਾ ਕਹਿੰਦਾ, ਜਾਂ ਪੁੱਤ ਵੀ ਕਹਿੰਦਾ ਗੁਰੂ। ਚਲੋ ਜਿਹੜਾ ਵੀ ਆਪਾਂ ਗੁਰੂ ਨਾਲ ਸੰਬੰਧ ਜੋੜਨਾ ਚਾਹੁੰਦੇ ਹਾਂ। ਹਰ ਸੱਜਣ ਗੁਰ ਸੇਵਦਾ, ਗੁਰੂ ਹਰ ਸੱਜਣ ਨੂੰ ਸੇਵਦਾ ਹੈ। ਗੁਰੂ ਤੇ ਰੱਬ ਨੂੰ ਜਪਦਾ ਹੈ ਨਾ। ਤੇ ਗੁਰਮੁਖੋ ਜਿਹੜਾ ਬੰਦਾ ਨੂੰ ਜਪਦਾ ਨਾ, ਦਾਸ ਨੇ ਬੇਨਤੀ ਪਹਿਲਾਂ ਕੀਤੀ, ਚਲੋ ਬੰਦਾ ਸਿੰਘ ਬਹਾਦਰ ਦਾ ਜੇ ਸ਼ਹੀਦੀ ਦਿਹਾੜਾ ਹੈ, ਅਸੀਂ ਕਹਿੰਦੇ ਵੀ ਸ਼ਾਇਦ ਬੜਾ ਦੁਖੀ ਹੈ ਬੰਦਾ, ਪਰ ਦੁੱਖ 'ਚ ਵੀ ਸੋਗ ਹੈ। ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੋਦਾਵਰੀ ਦੇ ਕੰਢੇ ਤੇ ਥਾਪੜਾ ਦੇ ਕੇ ਭੇਜਿਆ। ਤੇ ਇੱਕ ਮਿੰਟ ਬਾਕੀ ਆਪਾਂ ਅਖੀਰਲੀ ਪੰਕਤੀ ਦੇ ਵਿਚਾਰ ਫੇਰ ਕਰਾਂਗੇ ਸਮਾਪਤੀ। ਮਹਾਰਾਜ ਨੰਦੇੜ ਜਾਂਦੇ ਬਹਾਦਰ ਸ਼ਾਹ ਦੇ ਨਾਲ, ਤੇ ਮਹਾਰਾਜ ਨੇ ਬਹਾਦਰ ਸ਼ਾਹ ਤੋਂ ਬੰਦੇ ਮੰਗ ਲਏ ਨੂੰ ਤਖਤ ਤੇ ਬਿਠਾਉਣ ਤੋਂ ਪਹਿਲਾਂ ਜਿਨ੍ਹਾਂ ਬੰਦਿਆਂ ਦੀ ਮਹਾਰਾਜ ਨੇ ਗੱਲ ਕੀਤੀ। ਸਤਿਗੁਰਾਂ ਨੇ ਇਹਦੇ ਕੋਲ 4 ਬੰਦੇ ਮੰਗੇ ਹਨ। ਬਹਾਦਰ ਸ਼ਾਹ, ਇਹ ਔਰੰਗਜ਼ੇਬ ਦਾ ਪੁੱਤਰ ਸੀ। ਬਹਾਦਰ ਸ਼ਾਹ ਛੋਟਾ, ਤਾਰਾ ਆਜ਼ਮ ਜਿਹੜਾ ਵੱਡਾ ਪੁੱਤਰ ਸੀ ਔਰੰਗਜ਼ੇਬ ਦਾ। ਜਦੋਂ ਔਰੰਗਜ਼ੇਬ ਮਰ ਗਿਆ ਤੇ ਤਾਰਾ ਆਜ਼ਮ ਦਿੱਲੀ ਦੇ ਤਖਤ ਤੇ ਬੈਠ ਗਿਆ। ਬਹਾਦਰ ਸ਼ਾਹ ਦਿੱਲੀ ਤੋਂ ਬਾਹਰ ਸੀ। ਬਹਾਦਰ ਸ਼ਾਹ ਨੂੰ ਜਦੋਂ ਪਤਾ ਲੱਗਾ ਕਿ ਮੇਰਾ ਬਾਪ ਬਿਮਾਰ ਹੈ ਤੇ ਉਹ ਦਿੱਲੀ ਦੇ ਨੇੜੇ ਆਇਆ, ਤੇ ਦਿੱਲੀ ਦੇ ਨੇੜੇ ਆਣ ਕੇ ਪਤਾ ਲੱਗਾ ਵੀ ਉਹਦੀ ਮੌਤ ਹੋ ਗਈ, ਔਰ ਰਾਤ ਮੇਰਾ ਭਰਾ ਤਖਤ ਤੇ ਬੈਠ ਗਿਆ। ਫਿਰ ਇਹ ਗਾਹ ਨਹੀਂ ਗਿਆ। ਕਾਰਨ ਇਹ ਮੇਰੇ ਭਰਾ ਨੇ ਮਾਰ ਦੇਣਾ, ਕਿਉਂਕਿ ਔਰੰਗਜ਼ੇਬ ਦਿੱਲੀ ਦਾ ਤਖਤ ਬਹਾਦਰ ਸ਼ਾਹ ਨੂੰ ਦੇਣਾ ਚਾਹੁੰਦਾ ਹੈ, ਪਰ ਤਾਰਾ ਆਜ਼ਮ ਪੈ ਗਿਆ। ਔਰ ਦਿੱਲੀ ਸਰਕਾਰ ਕੋਲ 22 ਲੱਖ ਫੌਜ ਸੀ, ਤੇ ਤਾਰਾ ਆਜ਼ਮ ਤਖਤ ਤੇ ਬੈਠਾ 22 ਲੱਖ ਫੌਜ ਦਾ ਮਾਲਕ ਬਣ ਗਿਆ। ਫਿਰ ਬਹਾਦਰ ਸ਼ਾਹ ਡਰ ਗਿਆ ਵੀ ਮੇਰੇ ਭਰਾ ਨੇ ਮੇਰਾ ਕਤਲ ਕਰਾ ਦੇਣਾ, ਕਿਉਂਕਿ ਤਖਤ ਮੈਨੂੰ ਮਿਲਣਾ ਹੈ। ਉਹਨੇ ਫਿਰ ਆਪਣੇ ਜਿਹੜੇ ਨਜ਼ਦੀਕੀ ਬੰਦੇ ਇਕੱਠੇ ਕੀਤੇ ਦਿੱਲੀ 'ਚ। ਕਹਿੰਦਾ ਵੀ ਹੁਣ, ਉਹ ਕਹਿੰਦੇ ਵੀ ਤੇਰੇ ਭਰਾ ਨੇ ਤੈਨੂੰ ਛੱਡਣਾ ਨਹੀਂ ਹੈ। ਕਹਿੰਦਾ ਫਿਰ ਮੇਰੀ ਜਾਨ, ਜੋੜੇ ਦਾ ਰਾਜ ਹੈ ਤੇ ਮਾਰਦੇ ਨੇ ਫਿਰ ਵੀ ਮੈਨੂੰ ਲੱਭ ਕੇ ਦੇਣਾ ਹੈ। ਤੇ ਭਾਈ ਨੰਦ ਲਾਲ ਸਿੰਘ ਉੱਥੇ ਸੁਣਦੇ ਹਨ। ਉਹਨਾਂ ਨੇ ਕਿਹਾ ਵੀ ਬਹਾਦਰ ਸ਼ਾਹ ਦੇ ਜਾਨ ਬਚਾਉਣੀ ਚਾਹੁੰਦਾ ਇਹਨਾਂ ਤੇ ਇੱਕ ਹੀ ਫਿਰ ਸ਼ਰਤ ਨਹੀਂ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਨਹੀਂ ਤੇ ਕਿਤੇ ਵੀ ਨਹੀਂ ਤੂੰ ਬਚ ਸਕੇਗਾ। ਉਹਨਾਂ ਦੇ ਕੋਲ ਚਲਾ ਜਾ, ਹੋ ਸਕਦਾ ਤੈਨੂੰ ਤਖਤ ਤੇ ਵੀ ਬਿਠਾ ਦੇਣਾ। ਇਹਨੇ ਫਿਰ ਨੰਦ ਲਾਲ ਸਿੰਘ ਨੂੰ ਇੱਕ ਆਪਣੇ ਮਾਮੇ ਨੂੰ ਭੇਜਿਆ, ਜਿਹੜਾ ਇਹਦੀ ਮਦਦ ਕਰਦਾ ਸੀ ਬਹਾਦਰ ਸ਼ਾਹ ਦੀ। ਇਹ ਕਹਿੰਦਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਮੇਰੇ ਵੱਲੋਂ ਬੇਨਤੀ ਕਰੋ। ਉਹਨਾਂ ਨੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਅਸੀਂ ਦਿੱਲੀ ਦਾ ਤਖਤ ਵੀ ਇਹਨੂੰ ਦਵਾ ਦਿੰਦੇ, ਇਹਦੀ ਜਾਨ ਵੀ ਨਹੀਂ ਬਖਸ਼ ਦਿਆਂਗੇ, ਇਹਨੂੰ ਖਤਰਾ ਕੋਈ ਨਹੀਂ ਹੈ, ਪਰ 4 ਬੰਦੇ ਸਾਡੇ ਹਵਾਲੇ ਕਰਦੇ। 2 ਉਹ ਜਿਹੜੇ ਜਲਾਦ ਸਨ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਸੀਸ ਛੁਰੀਆਂ ਨਾਲ ਲੱਗ ਕੀਤੇ ਹਨ। ਇੱਕ ਵਜੀਦ ਖਾਂ, ਇੱਕ ਸੰਢੌਲੇ ਦਾ ਨਵਾਬ। ਬਹਾਦਰ ਸ਼ਾਹ ਕਹਿੰਦਾ ਜੀ ਠੀਕ ਹੈ, ਮੈਂ ਤੁਹਾਡੇ ਹਵਾਲੇ ਕਰ ਦਿਆਂਗਾ। ਬਹਾਦਰ ਸ਼ਾਹ ਨੂੰ ਮਹਾਰਾਜ ਨੇ ਤਖਤ ਦੇ ਦਿੱਤਾ, ਤਾਰਾ ਆਜ਼ਮ ਨੂੰ ਆਪਣੇ ਹੱਥੀਂ ਪਾ ਲਿਆ। ਮਹਾਰਾਜ ਆਗਰੇ ਮਿਲਦੇ ਨੇ ਬਹਾਦਰ ਸ਼ਾਹ ਨੂੰ, ਕਹਿੰਦੇ ਵੀ ਸਾਡੇ ਬੰਦੇ ਹਵਾਲੇ ਕਰ। ਕਹਿੰਦਾ ਮਹਾਰਾਜ ਹਜੇ ਦੇ 2 ਮਹੀਨੇ ਹੋਏ ਨੇ ਮੈਨੂੰ ਬੈਠੇ ਨੂੰ, ਮੇਰੀ ਮੁਖਾਲਫਤ ਹੋ ਜਾਣੀ, ਮੇਰਾ ਰਾਜ ਚਲੇ ਜਾਣਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇਰੇ ਤੋਂ ਆਪਣਾ ਰਾਜ ਕਰ, ਬੰਦੇ ਮੰਗਣੇ ਵੀ ਨਹੀਂ ਹੈ। ਫਿਰ ਮਹਾਰਾਜ ਨੇ ਕਿਹਾ ਵੀ ਹੁਣ ਅਸੀਂ ਆਪਣਾ ਬੰਦਾ ਭੇਜਾਂਗੇ। ਗੋਦਾਵਰੀ ਦੇ ਕੰਢੇ ਤੇ ਗਏ ਤੇ ਮਾਧੋ ਦਾਸ ਬਰਾਗੀ ਦੇ ਡੇਰੇ ਗਏ। ਇਤਿਹਾਸ ਬਹੁਤ ਲੰਬੇਰਾ ਦਾਸ ਨੇ ਸੰਖੇਪ ਬੇਨਤੀ ਕਰਨੀ। ਉੱਥੇ ਇੱਕ ਆਸ਼ਰਮ ਹੈ, ਤੇ ਉਹ ਜਿਹੜਾ ਆਸ਼ਰਮ ਦੇ ਵਿੱਚ ਸਾਧੂ ਹੀ, ਉਹ ਡੇਰੇ 'ਚ ਨਹੀਂ ਹੈ। ਸਿੰਘ ਗਏ, ਇਹਨਾਂ ਨੇ ਬੱਕਰੇ ਝਟਕਾ ਤੇ ਉਹੀ ਇਹਨਾਂ ਇਤਿਹਾਸ ਨੂੰ ਮਿਲਦਾ ਹੈ। ਉਹ ਮਾਧੋ ਦਾਸ ਦੇ ਚੇਲੇ ਨੇ ਜਾ ਕੇ ਦੱਸਿਆ ਮਾਧੋ ਦਾਸ ਨੂੰ, ਉਹਨੂੰ ਆਸ਼ਰਮ ਦੇ ਮਾਲਕ ਨੂੰ, ਕਹਿੰਦਾ ਜੀ ਸਾਡੇ ਤੇ ਉਹ ਬੱਕਰੇ ਝਟਕਾਏ ਗਏ ਆਸ਼ਰਮ ਦੇ ਅੰਦਰ। ਤੇ ਕਹਿੰਦੇ ਕੋਈ ਬੜਾ ਵੀਰ ਰਾਸਾ ਦਾ ਸਰੀਰ ਹੈ ਤੇ ਤੁਹਾਡੇ ਆਸਣ ਤੇ ਵੀ ਆਣ ਕੇ ਬੈਠ ਗਿਆ। ਇਹ ਕਹਿੰਦਾ ਕਰਾਮਾਤ ਨਾਲ ਆਸਣ ਪਲਟਾ ਦਿਓ।
ਇਹਦੇ ਚੇਲੇ ਕਰਾਮਾਤ ਨੂੰ ਫਿਰ ਆਪ ਆਇਆ, ਇਹਨੇ ਜ਼ੋਰ ਲਾ ਲਿਆ, ਮਹਾਰਾਜ ਉੱਥੇ ਬੈਠੇ ਨੇ ਤੇ ਇਹਨੇ ਫਿਰ ਹੱਥ ਜੋੜ ਕੇ ਕਿਹਾ ਮਹਾਰਾਜ ਤੁਸੀਂ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨਹੀਂ? ਮਹਾਰਾਜ ਕਹਿੰਦੇ ਹਾਂ। ਕਹਿੰਦਾ ਜੀ ਤਾਂ ਹੀ ਕਿ ਫਿਰ ਤੁਹਾਡਾ ਤਖਤਾ ਨਹੀਂ ਪਲਟਾ ਸਕਿਆ, ਮੈਂ ਜਾਣ ਗਿਆ ਹਾਂ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੋ ਗਏ। ਕਹਿੰਦਾ ਇਹ ਤੁਸੀਂ ਇੱਥੇ ਬੜਾ ਨਿਰਦੈਤਾ ਦਾ ਕੰਮ ਕੀਤਾ ਹੈ, ਵੀ ਬੱਕਰੇ ਝਟਕਾਏ ਸਿੰਘਾਂ ਨੇ। ਮਹਾਰਾਜ ਕਹਿੰਦੇ ਖੂਨ ਤੈਨੂੰ ਚੰਗਾ ਨਹੀਂ ਨਾ ਲੱਗਦਾ ਧਰਤੀ ਤੇ ਡੁੱਲਿਆ? ਕਹਿੰਦੇ ਜੀ ਮੈਂ ਹੁਣ ਰਾਗੀ ਹਾਂ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਜਾਇਜ਼ ਸਿੱਖਾਂ ਦਾ ਖੂਨ ਇੰਨਾ ਡੋਲਿਆ, ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ 'ਚ ਖੜੇ ਕਰ ਦਿੱਤਾ, ਉਹਨਾਂ ਦੇ ਸੀਸ ਛੁਰੀਆਂ ਨਾਲ ਧੜਾਂ ਨਾਲੋਂ ਲੱਗ ਕਰ ਦਿੰਦੇ, ਮੇਰੇ ਬੱਚਿਆਂ ਦਾ ਕਸੂਰ ਕੋ ਨਹੀਂ, ਉਹਨਾਂ ਦਾ ਖੂਨ ਵੇਖ ਕੇ ਤੇਰੇ ਅੰਦਰ ਵੀਰ ਰਸ ਨਹੀਂ ਜਾਗਿਆ, ਉਹਨਾਂ ਦੇ ਤੈਨੂੰ ਦਇਆ ਨਹੀਂ ਆਈ। ਉਹਨੇ ਜਦੋਂ ਸੁਣਿਆ ਵੀ ਐਂ ਹੋਇਆ, ਇਹ ਤਾਂ ਮਹਾਰਾਜ ਨੇ ਦੱਸਿਆ ਕਹਿੰਦੇ ਤੇਰੇ ਬੱਚਿਆਂ ਨਾਲ ਸਿੱਖਾਂ ਨਾਲ ਇਸ ਤਰ੍ਹਾਂ ਇਹਨਾਂ ਨੇ ਆਹ ਕੀਤਾ। ਉਹ ਫਿਰ ਬੜਾ ਉਹਦੇ ਅੰਦਰ ਕ੍ਰੋਧ ਜਾਗਿਆ, ਕਹਿੰਦਾ ਐਸਾ ਹੋਣਾ ਨਹੀਂ ਚਾਹੀਦਾ। ਫਿਰ ਮਹਾਰਾਜ ਨੇ ਪੁੱਛਿਆ ਤੂੰ ਕੌਣ? ਕਹਿੰਦਾ ਜੀ ਤੁਹਾਡਾ ਬੰਦਾ। ਮਹਾਰਾਜ ਨੇ ਫਿਰ ਸਿਰ ਤੇ ਹੱਥ ਰੱਖਿਆ, ਆਪ ਪੰਜ ਪਿਆਰੇ ਸਾਹਿਬਾਨਾਂ ਚ ਇਲਾਕੇ ਨੂੰ ਖੱਡੇ ਦੀ ਪੋਲ ਦਿੱਤੀ। ਮਹਾਰਾਜ ਕਹਿੰਦੇ ਬੰਦਾ ਸਿੰਘ ਹੁਣ ਮੇਰੇ ਬੱਚਿਆਂ ਦਾ ਤੇ ਸਿੱਖਾਂ ਦਾ ਬਦਲਾ ਤੂੰ ਲੈਂਗਾ ਤਾਂ ਪਾਪੀਆਂ ਨੂੰ ਹੱਥੀਂ ਦੰਡ ਦੇਏਗਾ। ਤੇ ਬੰਦਾ ਸਿੰਘ ਨੂੰ 5 ਤੀਰ ਦੇ ਕੇ ਮਹਾਰਾਜ ਨੇ ਤੋਰਿਆ ਤੇ ਮਹਾਰਾਜ ਕਹਿੰਦੇ ਬੰਦਾ ਸਿੰਘ ਜੀ ਜਾਓ, ਤੁਹਾਡੇ ਨਾਲ ਸਿੱਖਾਂ ਨੂੰ ਹੀ ਹੁਕਮਨਾਮੇ ਲਿਖ ਦਿੱਤੇ ਨੇ, ਤੁਹਾਡੀ ਮਦਦ ਕਰਨਗੇ, ਉਹ ਭਾਵੇਂ ਮਾਝੇ ਦੇ ਨੇ ਜਾਂ ਮਾਲਵੇ ਦੇ ਨੇ, ਤੁਹਾਡੇ ਨਾਲ ਮਿਲਣਗੇ। ਬੰਦਾ ਸਿੰਘ ਫਿਰ ਉੱਥੋਂ ਨਿਕਲਿਆ ਜੀ, ਉਹ ਦਾਬਰੀ ਦੇ ਕੰਢੇ ਤੋਂ ਨੰਦੇੜ ਦੀ ਧਰਤੀ ਤੋਂ ਪੰਜਾਬ ਆਉਂਦਾ। ਉਹਨਾਂ ਨੇ ਫਿਰ ਸਮਾਣਾ ਸੰਢੌਰਾ ਕੱਲ੍ਹ ਇਤਿਹਾਸ ਲੰਘਿਆ, ਸ਼ਾਮ ਦੇ ਦੀਵਾਨਾਂ 'ਚ ਵਜੀਦ ਖਾਨ ਨੂੰ ਫਿਰ ਬੰਦਾ ਸਿੰਘ ਨੇ ਮਾਰਿਆ ਸਰਹੱਦ 'ਤੇ, ਉਹ ਚੱਪੜਚਿੜੀ ਦੇ ਮੈਦਾਨ ਦੇ ਅੰਦਰ। ਜਦੋਂ ਉੱਥੇ ਵਜੀਦ ਖਾਨ ਨੂੰ ਇੱਕ ਚਿੱਠੀ ਲਿਖੀ, ਬੰਦਾ ਸਿੰਘ ਬਹਾਦਰ ਨੇ ਪਹੁੰਚ ਕੇ, ਕਿਉਂਕਿ ਸਿੰਘ ਬਹੁਤ ਸ਼ਹੀਦ ਬਾਬਾ ਦੀਪ ਸਿੰਘ ਨੇ ਵੀ ਮਦਦ ਕੀਤੀ ਸੀ ਇਸ ਯੁੱਧ ਦੇ ਅੰਦਰ, ਜਦੋਂ ਵਜੀਦ ਖਾਨ ਨੂੰ ਮਾਰਿਆ। ਬੰਦਾ ਸਿੰਘ ਬਹਾਦਰ ਨੇ ਚਿੱਠੀ ਲਿਖੀ, ਕਹਿਣ ਲੱਗੇ ਵਜੀਦ ਖਾਨ ਤੂੰ ਗੁਰੂ ਸਾਹਿਬ ਦੇ 4 ਪੁੱਤਰਾਂ ਨੂੰ ਮਾਰ ਦਿੱਤਾ, ਗੁਰੂ ਦੇ ਪਿਆਰੇ ਸਿੱਖਾਂ ਨੂੰ ਖਤਮ ਕੀਤਾ, ਇੱਕ ਗੁਰੂ ਦਾ ਪੁੱਤ ਸਰਹੱਦ 'ਚ ਆਇਆ ਜੇ ਤੇਰੇ ਕੋਲ ਤਾਕਤ ਤੇ ਮੁਕਾਬਲਾ ਕਰ। ਉਹ ਆਪਣੀ ਫੌਜ ਲੈ ਕੇ ਨਿਕਲਿਆ, ਫਿਰ ਖੀਰ ਤੋਂ ਇਹਨੂੰ ਮਾਰ ਪਈ ਤੇ ਭੱਜਣ ਤੱਕ ਮੈਦਾਨ ਛੱਡ ਕੇ ਬੰਦਾ ਸਿੰਘ ਬਹਾਦਰ ਨੇ ਤੀਰ ਮਾਰ ਕੇ ਹਾਥੀ ਤੋਂ ਡਿੱਗਿਆ। ਜਦੋਂ ਹਾਥੀ ਤੋਂ ਡਿੱਗਿਆ ਨਾ ਤੇ ਗਲਮੇ ਤੋਂ ਪਕੜਦੇ ਦੀਆਂ ਲੱਤਾਂ ਕੰਬਣ ਲੱਗ ਪਈਆਂ। ਕਹਿੰਦਾ ਬੰਦਾ ਸਿੰਘ ਮੇਰੀ ਜਾਨ ਮਾਫ ਕਰ, ਜੋ ਮੰਗੇਗਾ ਤੈਨੂੰ ਦੇ ਦਿਆਂਗਾ। ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਵਜੀਦ ਖਾਂ ਕਿਸੇ ਦੇ ਬੱਚਿਆਂ ਨੂੰ ਨੀਹਾਂ 'ਚ ਖਿਲਾਰ ਕੇ ਉਹਨਾਂ ਦੀਆਂ ਸ਼ਾਹ ਰਗਾਂ ਕੱਟਣੀਆਂ ਬੜੀਆਂ ਸੌਖੀਆਂ, ਇਹਦੇ ਨਾਲ ਆਪਣੇ ਸਾਹਮਣੇ ਮੌਤ ਆਉਂਦੀ ਇਸ ਤਰ੍ਹਾਂ ਫਿਰ ਲੱਤਾਂ ਕੱਪਦੀਆਂ। ਕਹਿੰਦਾ ਤੂੰ ਪਾਪ ਬੜਾ ਵੱਡਾ ਕੀਤਾ, ਤੈਨੂੰ ਬਹੁਤ ਵੱਡੀ ਸਜ਼ਾ ਮਿਲੇਗੀ, ਤੈਨੂੰ ਸ਼ਸਤਰ ਨਾਲ ਨਹੀਂ ਅੱਜ ਮਾਰਨਾ। ਬੰਦਾ ਸਿੰਘ ਬਹਾਦਰ ਨੇ ਕਿਹਾ ਕਹਿੰਦਾ ਸ਼ਸਤਰ ਨਾਲ ਮਰ ਕੇ ਤੂੰ ਸੱਚਖੰਡ 'ਚ ਚਲਾ ਜਾਏਗਾ ਸੂਰਮੇ ਦੇ ਹੱਥੋਂ। ਫਿਰ ਬੰਦਾ ਸਿੰਘ ਬਹਾਦਰ ਨੇ ਕਿਹਾ ਕਿਸੇ ਨੂੰ ਬਲਦਾਂ ਦੀ ਚੰਗੀ ਜੋਕ ਹੈ, ਕਿਸੇ ਨੇ ਬਲਦਾਂ ਦੀ ਜੋਕ ਲਿਆਂਦੀ, ਰੱਸਾ ਪਾਇਆ ਇਹਦੀਆਂ ਲੱਤਾਂ ਨੂੰ ਵਜੀਦ ਖਾਨ ਦੀਆਂ ਨੂੰ, ਜ਼ਮੀਨ 'ਚ ਘੁਮਾਇਆ ਬਲਦਾਂ ਦੇ ਪਿੱਛੇ ਢੇਬਾਂ ਦੇ ਉੱਪਰ, ਇਹ ਬੜਾ ਰੋਂਦਾ ਕਰਲਾਉਂਦਾ। ਖੀਰ ਨੂੰ ਬੰਦਾ ਸਿੰਘ ਬਹਾਦਰ ਨੇ ਉਸ ਰੱਸੇ ਤੋਂ ਜਿਹੜਾ ਲੱਤਾਂ ਨਾਲ ਬੰਨਿਆ ਖਿੱਚ ਕੇ ਦਰਖਤ ਨਾਲ ਲਟਕਾਇਆ, ਇਹਨੂੰ ਜਿਉਂਦੇ ਨੂੰ ਥੱਲਿਓਂ ਸਿਰ ਵਾਲੇ ਪਾਸਿਓਂ ਅੱਗ ਲਾ ਕੇ ਵਜੀਦ ਖਾਨ ਨੂੰ ਸਾੜਿਆ। ਕਹਿਣ ਲੱਗੇ ਜਿੰਨਾ ਵੱਡਾ ਤੂੰ ਪਾਪ ਕੀਤੇ ਉਨੀ ਵੱਡੀ ਤੈਨੂੰ ਸਜ਼ਾ ਮਿਲਣੀ ਚਾਹੀਦੀ, ਔਰ ਇਹਨੂੰ ਸਾੜ ਕੇ ਫਿਰ ਮਾਰਿਆ ਵਜੀਦ ਖਾਨ। ਫਿਰ ਜਦੋਂ ਆਹ 2 ਜਲੰਧਰ ਦੇ ਸੂਬਿਆਂ ਨੂੰ ਮਾਰਿਆ ਆਣ ਕੇ, ਲੁਧਿਆਣੇ ਦੇ ਅੰਦਰ 2 ਬੰਦਾ ਸਿੰਘ ਬਹਾਦਰ ਨੇ ਜਿਨ੍ਹਾਂ ਨੇ ਪਾਪ ਕੀਤਾ ਸੀ ਨਾ, ਮਨੁੱਖਤਾ ਦਾ ਘਾਟ ਕੀਤਾ, ਨਿਰਦੋਸ਼ਾਂ ਨੂੰ ਮਾਰਿਆ। ਫਿਰ ਬੰਦਾ ਸਿੰਘ ਬਹਾਦਰ ਨੇ ਗਿਣ ਕੇ ਬਦਲੇ ਲਏ। ਖੀਰ ਨੂੰ ਗੁਰਦਾਸ ਮੰਡਲ ਦੀ ਗੜੀ 'ਚ ਬੰਦਾ ਸਿੰਘ ਆਪਣਾ ਡੇਰਾ ਲਾ ਲੈਂਦੇ ਹੈ। ਫਰੋਖਸੀਆ ਜਗਰੀਆ ਖਾਨ ਨੂੰ ਕਹਿ ਕੇ ਘੇਰਾ ਪਵਾ ਦਿੰਦਾ ਹੈ। ਉਹ ਗੁਰਦਾਸ ਮੰਡਲ ਦੀ ਗੜੀ ਨੂੰ ਉੱਥੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ। 740 ਸਿੰਘ ਨਾਲ ਗ੍ਰਿਫਤਾਰ ਕੀਤੇ ਜਾਂਦੇ, ਇਹਨਾਂ ਦਾ ਜਲੂਸ ਕੱਢਿਆ ਜਾਂਦਾ, ਇਹਨਾਂ ਦੀਆਂ ਧੌਣਾਂ ਵੱਢੀਆਂ ਜਾਂਦੀਆਂ ਕਾਪਿਆਂ ਦੇ ਨਾਲ। ਬੜਾ ਬੁਰਾ ਬਿੱਲੀ ਮਾਰ ਕੇ ਟੰਗੀ ਸੀ ਇਹਨਾਂ ਨੇ ਅੱਗੇ ਉਹ ਬੇਇੱਜ਼ਤ ਕਰਨ ਵਾਸਤੇ। ਚਲੋ ਖੀਰ ਤੋਂ ਤਾਂ ਜਿਹੜੀ ਬੇਨਤੀ ਕਰੇ ਸਮੇਂ ਦੀ ਸਮਾਪਤੀ ਹੈ। ਬੰਦਾ ਸਿੰਘ ਬਹਾਦਰ ਨੂੰ ਪਿੰਜਰੇ 'ਚ ਕੈਦ ਕੀਤਾ। ਬੰਦਾ ਸਿੰਘ ਬਹਾਦਰ ਜੀ ਸਾਹਮਣੇ ਬੈਠੇ ਨੇ ਤੇ ਉਹ ਐਡੇ ਸੂਰਮੇ ਨੂੰ ਫਰੋਖਸੀਅਰ ਮਾਰਨਾ ਨਹੀਂ ਚਾਹੁੰਦਾ। ਬੰਦਾ ਸਿੰਘ ਬਹਾਦਰ ਨਾਲ ਕਿ ਕੋਈ ਵਾਰ-ਵਾਰ ਥੋੜ੍ਹੀ ਜਨਮ ਲੈ ਕੇ ਆਉਂਦੇ ਸੰਸਾਰ ਦੇ। ਉਹ ਕਹਿੰਦੇ ਸਾਡੇ ਇਹਨੂੰ ਸਲਾਮ 'ਚ ਲਿਆਓ, ਇਹਨੂੰ ਮਾਰਨਾ ਨਹੀਂ ਹੈ। ਉਹਨਾਂ ਨੇ ਬੜੇ ਤਸੀਹੇ ਦਿੱਤੇ, ਬੜੇ ਡਰਾਵੇ ਦਿੱਤੇ। ਬੰਦਾ ਸਿੰਘ ਬਹਾਦਰ ਚੜ੍ਹਦੀ ਕਲਾ 'ਚ ਰਹੇ। ਖੀਰ ਨੂੰ ਉਹਨਾਂ ਨੇ ਇੱਕ 4 ਸਾਲ ਦੇ ਇਹਦੇ ਬੇਟੇ ਨੂੰ ਲਿਆਂਦਾ। ਕਈ ਇਤਿਹਾਸ ਕਹਿੰਦੇ ਮਹਾਰਾਜ ਨੇ ਕਿਹਾ ਸੀ ਜੇ ਬ੍ਰਹਮਚਰਜ ਧਾਰਨ ਕਰੇਗਾ ਬਚੇਗਾ। ਉਹਨੇ ਵਿਆਹ ਕਰਾ ਲਿਆ ਸੀ ਤਾਂ ਕੁਝ ਹੋਇਆ। ਗੁਰਮੁਖੋ ਗੁਰੂ ਸਾਹਿਬ ਨੇ ਐਸਾ ਕੁਝ ਵੀ ਨਹੀਂ ਕਿਹਾ। ਬੰਦਾ ਸਿੰਘ ਬਹਾਦਰ ਜਿਹੜੇ ਆਪ ਗ੍ਰਸਤੀ ਹੈ ਉਹ ਕਿਸੇ ਨੂੰ ਵਿਆਹ ਤੋਂ ਰੋਕਦੇ ਨੇ। ਮਹਾਰਾਜ ਨੇ ਕਿਹਾ ਹਾਂ ਚੜ੍ਹਦੀ ਕਲਾ 'ਚ ਰਹਿਣਾ ਹੈ, ਪੰਥ ਤੇਰੇ ਨਾਲ ਹੈ, ਜੋ ਚਾਹੇਗਾ ਹੋਵੇਗਾ।
ਅਖੀਰ ਨੂੰ ਉਹ ਸੂਰਮੇ ਨੂੰ ਪਿੰਜਰੇ 'ਚ ਕੈਦ ਕੀਤਾ। 4 ਸਾਲ ਦੇ ਬੇਟੇ ਅਜੈ ਸਿੰਘ ਨੂੰ ਲਿਆਂਦਾ। ਕਈ ਵਾਰੀ ਬੰਦਾ ਗੁਰਮੁਖੋਂ ਆਪ ਕਿਹਾ ਕਿ ਸਿਰ ਨਹੀਂ ਜੇ ਝੁਕਾਉਂਦਾ, ਜਦੋਂ ਕਿਤੇ ਔਲਾਦ ਦੀ ਗੱਲ ਆ ਜਾਂਦੀ ਨਾ, ਧੀ ਪੁੱਤਰ ਦੀ, ਬੰਦੇ ਦੇ ਵੱਸ ਦੀ ਗੱਲ ਨਹੀਂ ਰਹਿੰਦੀ। ਉਹ ਆਪਣੇ ਪੱਗ ਲਾ ਕੇ 1 ਸਕਿੰਟ ਜੋ ਮੂਹਰੇ ਦੇ ਪੈਰਾਂ 'ਤੇ ਰੱਖਦਾ, ਕਹਿੰਦਾ ਮੇਰੇ ਪੁੱਤ ਨੂੰ ਮਾਫ਼ ਕਰੋ, ਅੱਜ ਜੇ ਮੇਰੀ ਇੱਜ਼ਤ ਜਾਂਦੀ ਵੀ ਹੈ ਤਾਂ ਕੋਈ ਗੱਲ, ਜੇ ਮੇਰੇ ਪੱਗ ਲੈਣ ਨਾਲ ਮੇਰਾ ਪੁੱਤ ਬਚ ਸਕਦਾ ਬਚਾ ਲੈਂਦੇ ਨੇ। ਬੰਦਾ ਸਿੰਘ ਬਹਾਦਰ ਦਾ 4 ਸਾਲ ਦਾ ਬੇਟਾ ਇਹਦੀਆਂ ਅੱਖਾਂ ਦੇ ਸਾਹਮਣੇ ਲਿਆਂਦਾ, ਉਹਨੂੰ ਛੱਡ ਦਿੱਤਾ। ਛੱਡਣ ਦਾ ਕਾਰਨ ਇਹ ਸੀ ਵੀ ਮੋਹ ਜਾਗੇਗਾ ਬੰਦਾ ਸਿੰਘ ਬਹਾਦਰ ਦੇ, ਜਦੋਂ ਬੱਚਾ ਜਾ ਕੇ ਗੱਲ ਮਿਲੇਗਾ, ਬੱਕੜੀ ਪਾਏਗਾ। ਬੰਦਾ ਸਿੰਘ ਬਹਾਦਰ ਨੂੰ ਤੇ ਜੰਜੀਰਾਂ ਨਾਲ ਬੰਨਿਆ, ਬੱਚੇ ਨੂੰ ਛੱਡਿਆ ਤੇ ਬੱਚਾ ਦੂਰੋਂ 4 ਸਾਲ ਦਾ ਬੱਚਾ ਦੌੜ ਕੇ ਆਉਂਦਾ, ਆਪਣੇ ਪਿਓ ਨੂੰ ਨਾ ਧੌਣ ਵਿੱਚ ਦੀ ਬੱਕੜੀ ਪਾ ਕੇ ਮਿਲਦਾ ਹੈ। ਤੇ ਬੰਦਾ ਸਿੰਘ ਬਹਾਦਰ ਨੇ ਫਤਿਹ ਬੁਲਾਈ, ਅੱਗੋਂ ਨਿੱਕੇ ਜਿਹੇ ਬੱਚੇ ਨੇ ਫਤਿਹ ਬੁਲਾਈ ਤੇ ਬੰਦਾ ਸਿੰਘ ਬਹਾਦਰ ਨੂੰ ਉਹਨੇ ਬੱਕੜੀ ਪਾਈ। ਤੇ ਬੰਦਾ ਸਿੰਘ ਬਹਾਦਰ ਕਹਿੰਦਾ ਹੈ, ਬੇਟਾ ਤੂੰ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਿਆ? ਹਾਂ ਬਾਪੂ, ਇਤਿਹਾਸ ਸੁਣਿਆ। ਬੰਦਾ ਸਿੰਘ ਬਹਾਦਰ ਕਹਿੰਦਾ, ਬੇਟਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਾਂਗੂ ਸ਼ਹਾਦਤ ਦੇਣ ਮੇਰਾ ਬੱਚਾ ਡੋਲੀ ਨਾ, ਜੇ ਤੂੰ ਨਹੀਂ ਡੋਲੇਗਾ ਫਿਰ ਮੈਂ ਵੀ ਨਹੀਂ ਡੋਲਾਂਗਾ। ਬੰਦਾ ਸਿੰਘ ਬਹਾਦਰ ਨੇ ਆਪਣੇ ਬੇਟੇ ਨੂੰ ਕਿਹਾ, 4 ਸਾਲ ਦੇ ਬੱਚੇ ਨੂੰ, 4 ਸਾਲ ਦੇ ਬੱਚੇ ਦਾ ਹੱਥ ਦਰਵਾਜ਼ੇ 'ਚ ਆ ਜਾਏ ਨਾ, ਸਾਰੇ ਪਰਿਵਾਰ ਨਾਲ ਅਸੀਂ ਲੜਦੇ ਹਾਂ ਵੀ ਇਹ ਤੁਸੀਂ ਕੀ ਕੀਤਾ, ਤੁਹਾਡੇ ਤੋਂ ਸੰਭਾਲਿਆ ਨਹੀਂ ਜਾਂਦਾ। ਉਹਨੂੰ ਪਤਾ ਸੀ ਬੰਦਾ ਸਿੰਘ ਬਹਾਦਰ ਨੂੰ ਮੇਰੇ ਬੱਚੇ ਨਾਲ ਕੀ ਹੋਣਾ। ਤੇ ਨਿੱਕਾ ਜਿਹਾ ਬੱਚਾ ਕਹਿੰਦਾ, ਬਾਪੂ ਮੈਂ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਿਆ, ਅੱਜ ਮੈਂ ਦਿੱਲੀ 'ਚ ਦੁਬਾਰਾ ਸਰਹੰਦ ਵਾਲਾ ਇਤਿਹਾਸ ਜਿਹੜਾ ਦੁਹਰਾ ਦਿਆਂਗਾ ਬਾਪੂ, ਮੈਂ ਡਰਾਂਗਾ, ਡੋਲਾਂਗਾ, ਮੌਤ ਤੋਂ ਘਬਰਾਵਾਂਗਾ ਨਹੀਂ। ਫਿਰ ਇਹਨਾਂ ਨੇ ਤੋੜ ਕੇ ਬੰਦਾ ਸਿੰਘ ਬਹਾਦਰ ਨਾਲੋਂ 4 ਸਾਲ ਦੇ ਬੱਚੇ ਨੂੰ ਦੂਰ ਕੀਤਾ, ਲੰਮਾ ਪਾੜਿਆ ਜੀ। 2 ਜਣਿਆਂ ਨੇ ਬੱਚਾ ਹੀ ਨਿੱਕਾ ਜਿਹਾ ਬਾਹਾਂ ਵਾਲੇ ਪਾਸੋਂ ਪਕੜਿਆ, ਲੱਤਾਂ ਵਾਲੇ ਪਾਸੋਂ ਪਕੜਿਆ, ਸਿੱਧਾ ਲੰਮਾ ਪਾ ਲਿਆ ਬੰਦਾ ਸਿੰਘ ਬਹਾਦਰ ਦੇ ਸਾਹਮਣੇ। ਕਹਿਣ ਲੱਗੇ, ਬੰਦਾ ਸਿੰਘ ਸਲਾਮ ਧਾਰਨ ਕਰ, ਨਹੀਂ ਤੇ ਤੇਰੇ ਬੱਚੇ ਦੇ ਟੁਕੜੇ ਕਰ ਦਿਆਂਗੇ। ਬੰਦਾ ਸਿੰਘ ਬਹਾਦਰ ਕਹਿੰਦਾ, ਮੈਂ ਵੀ ਗੁਰੂ ਦਾ, ਮੇਰਾ ਪੁੱਤ ਵੀ ਗੁਰੂ ਦਾ, ਜੇ ਲੇਖੇ ਲੱਗ ਜਾਏਗਾ ਤੇ ਕੋਈ ਘਾਟੇ ਵਾਲਾ ਸੌਦਾ ਨਹੀਂ ਹੈ। ਗੁਰੂ ਦੇ ਬੱਚੇ ਵੀ ਇਹੋ ਜਿਹੇ ਹਨ, ਉਹਨਾਂ ਨੇ ਆਪਣੀ ਪੁੱਤ ਦੀ ਪਰਵਾਹ ਨਹੀਂ ਕੀਤੀ ਜੇ ਮੇਰੇ ਨੂੰ। ਫਿਰ ਇਹਨਾਂ ਨੇ ਕੀ ਕੀਤਾ, ਇੱਕ ਛੁਰੀ ਲਈ ਬਰਛੇ ਦੀ ਨੋਕ ਤੇ ਬੱਚੇ ਦੇ ਦਿਲ ਤੇ ਬਰਛਾ ਰੱਖ ਕੇ ਇਹਨਾਂ ਦੇ ਘੁਮਾ ਕੇ ਬੱਚੇ ਦਾ ਕਲੇਜਾ ਬਾਹਰ ਕੱਢਿਆ ਜੀ। 4 ਸਾਲ ਦੇ ਬੱਚੇ ਦਾ ਉਹ ਤੜਫਦਾ, ਕੁੱਕ 'ਚ ਉਹਨਾਂ ਨੇ ਕਲੇਜਾ ਪਾਇਆ ਤੇ ਵਿੱਚ ਛਾਲਾ ਮਾਰਦਾ ਸੀ ਕਲੇਜਾ, ਜਿਹੜਾ ਤਾਜ਼ਾ ਦਿਲ ਕੁਝ ਸਮਾਂ ਜਿੱਦਾਂ ਰਹਿੰਦਾ। ਉਹਨਾਂ ਨੇ ਬੁੱਕ ਭਰ ਕੇ ਬੱਚੇ ਦੇ ਕਲੇਜੇ ਦਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਲਿਆ ਕੇ ਤੁੰਨਿਆ, ਖੂਨ ਨਾਲ ਬੰਦਾ ਸਿੰਘ ਬਹਾਦਰ ਦਾ ਮੂੰਹ ਲਿਬੜ ਗਿਆ ਆਪਣੇ ਬੱਚੇ ਦੇ ਖੂਨ ਨਾਲ। ਤੇ ਬੰਦਾ ਸਿੰਘ ਬਹਾਦਰ ਨੇ ਉੱਥੇ ਗਾਇਆ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਭਗਾਈ, ਗੁਰ ਮੇਰੇ ਸੰਗ ਸਦਾ ਹੈ ਨਾਤੇ, ਸਿਮਰ ਸਿਮਰ ਤਿਸ ਸਦਾ ਸੁਭਾਂਦੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਬਾਂਗੇ। ਪਹਿਲਾਂ ਕਲੇਜਾ ਕੱਢਿਆ ਬੰਦਾ ਸਿੰਘ ਬਹਾਦਰ ਦਾ, ਫਿਰ ਟੌਪੇ ਦੇ ਨਾਲ ਨਿੱਕੇ ਨਿੱਕੇ ਟੋਟੇ ਕਰਦੇ ਬੰਦਾ ਸਿੰਘ ਬਹਾਦਰ ਦੇ ਬੱਚੇ ਦੇ ਉਹਦੀਆਂ ਅੱਖਾਂ ਦੇ ਸਾਹਮਣੇ। ਇਹ ਸੂਰਮਾ ਚੜ੍ਹਦੀ ਕਲਾ ਦੇ ਨਾਲ ਜਕਾਰੇ ਲਾਉਂਦਾ ਰਿਹਾ। ਫਿਰ ਅਖੀਰ ਨੂੰ ਫਰੋਕਸੀਅਰ ਨੂੰ ਪਤਾ ਲੱਗਾ, ਜਿਹੜਾ ਬੱਚਾ ਵੇਖ ਕੇ ਨਹੀਂ ਡੋਲਿਆ, ਕਿਸੇ ਤਰੀਕੇ ਨਾਲ ਅਸੀਂ ਸਲਾਮ 'ਚ ਨਹੀਂ ਹੁਣ ਲਿਆ ਸਕਦੇ। ਉਹ ਆਣ ਕੇ ਕਹਿੰਦੇ, ਬੰਦਾ ਸਿੰਘ ਕੈਸੀ ਮੌਤ ਮਰਨੀ ਪਸੰਦ ਕਰੇਗਾ? ਤੇ ਬੰਦਾ ਸਿੰਘ ਬਹਾਦਰ ਨੇ ਹੱਸ ਕੇ ਕਿਹਾ ਸੀ, ਫਰੋਕਸੀਅਰ ਜਿਹੋ ਜੀ ਮੌਤ ਮੈਨੂੰ ਦੇਗਾ ਉਹੋ ਜੀ ਮੌਤ ਨਾਲ ਕਰ, ਤੈਨੂੰ ਮਰਨਾ ਪੈਣਾ, ਤੂੰ ਸੋਚਦਾ ਮੈਨੂੰ ਮੌਤ ਕਿਹੋ ਜਿਹੀ ਦੇਣੀ। ਤੇ ਫਰੋਕਸੀਅਰ ਉਦੋਂ ਉਹ ਦਿੱਲੀ ਦੇ ਤੱਕ ਤੇ ਉਹ ਕਹਿੰਦਾ, ਦੱਸੋ ਮੈਂ ਇਹੋ ਜਿਹੀ ਮੌਤ ਕਿਵੇਂ ਮਰਾਂਗਾ? ਮੈਂ ਬਾਦਸ਼ਾਹ ਤੇ ਤੁਸੀਂ ਇੱਕ ਆਮ, ਤੁਸੀਂ ਮੇਰੇ ਵਾਸੀ ਹੋ, ਮੈਂ ਜੋ ਮਰਜ਼ੀ ਕਰਾਂ। ਤੇ ਬੰਦਾ ਸਿੰਘ ਫਿਰ ਕਹਿੰਦਾ, ਜਿਹੋ ਜਿਹੀ ਮੌਤ ਮੈਨੂੰ ਦੇਗਾ ਤੈਨੂੰ ਉਹੋ ਜਿਹੀ ਮੌਤ ਮਰਨਾ ਪਏਗਾ। ਫਿਰ ਇੱਕ ਜਮੂਰ ਦੇ ਨਾਲ ਪਾਸ ਖਿੱਚਿਆ ਗਿਆ ਬੰਦਾ ਸਿੰਘ ਬਹਾਦਰ ਦਾ। ਉਹਨਾਂ ਨੇ ਛੁਰੀ ਲਈ, ਇੱਕ ਖੱਬਾ ਆਨਾ ਕੱਢਿਆ ਪਹਿਲਾਂ ਬੰਦਾ ਸਿੰਘ ਬਹਾਦਰ ਦਾ ਬਾਅਦ। ਫਿਰ ਉਹਨਾਂ ਨੇ ਉਹ ਕੇਸ ਜਿਹੜੇ ਖੋਪਰੀ ਲਾਈ, ਬੰਦਾ ਕਿਹੜਾ ਤਸੀਰ ਹੈ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਨਹੀਂ ਦਿੱਤਾ ਗਿਆ। ਉਹ ਚੜ੍ਹਦੀ ਕਲਾ ਦੇ ਨਾਲ ਸੂਰਮਾ ਬਾਣੀ ਪੜ੍ਹਦਾ ਰਿਹਾ। ਅਖੀਰ ਨੂੰ ਅੱਜ ਦੇ ਦਿਨ ਜੂਨ ਮਹੀਨੇ 'ਚ 1716 ਦੇ ਅੰਦਰ ਦਿੱਲੀ ਦੇ ਵਿੱਚ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ। ਅੱਜ ਦੇ ਦਿਨ ਉਹ ਚੜ੍ਹਦੀ ਕਲਾ ਦੇ ਨਾਲ ਸੂਰਮਾ ਸ਼ਹਾਦਤ ਦਾ ਜਾਪ ਪੀਂਦਾ। ਅਖੀਰ ਨੂੰ ਜਿੱਦਣ ਫਰੋਕਸੀਅਤ ਮਰਿਆ, ਬੰਦਾ ਸਿੰਘ ਬਹਾਦਰ ਨੇ ਜੋ ਬਚਨ ਕਹੇ ਹਨ, ਇਹਦੀ ਫੌਜ ਦੇ ਬੰਦਿਆਂ ਨੇ ਇਹਨੂੰ ਫਿਰ ਉਸੇ ਤਰ੍ਹਾਂ ਇਹਦੀ ਜਿਉਂਦੇ ਦੀਆਂ ਅੱਖਾਂ ਕੱਢੀਆਂ, ਇਹਦਾ ਚਕੂਰਾ ਨਾਲ ਮਾਸ ਖਿੱਚਿਆ ਗਿਆ। ਉਹ ਫਰੋਕਸੀਅਤ ਉਦੋਂ ਕਰਲਾਇਆ, ਕਹਿਣ ਲੱਗਾ, ਬੰਦਾ ਸਿਆ ਜਦੋਂ ਤੈਨੂੰ ਮੌਤ ਦੇਣ ਲੱਗਾ ਤੂੰ ਕਿਹਾ ਸੀ ਜਿਹੋ ਜਿਹੀ ਮੌਤ, ਅੱਜ ਤੇਰੀ ਮੌਤ ਮੈਂ ਵੀ ਮਰਨ ਲੱਗਾ, ਉਸ ਪਾਪ ਤੋਂ ਮੈਨੂੰ ਉਸ ਦਿਨ ਬਚ ਜਾਣਾ ਚਾਹੀਦਾ ਹੈ। ਅੱਜ ਦੇ ਦਿਨ ਚੜ੍ਹਦੀ ਕਲਾ ਦੇ ਨਾਲ ਸੂਰਮਾ ਸ਼ਹਾਦਤ ਦਾ ਜਾਪ ਪੀਂਦੇ। ਬੰਦਾ ਸਿੰਘ ਦੀ ਬਹਾਦਰ ਦੀ ਸ਼ਹਾਦਤ ਨੂੰ ਸਿੱਖ ਕੌਮ ਕੋਟ ਕੋਟ ਪ੍ਰਣਾਮ ਕਰਦੀ ਹੈ। ਅਖੀਰਲੀ ਪੰਕਤੀ ਦੀ ਅਰਥ ਕਰਕੇ ਸਮਾਪਤੀ ਕਰੀਏ ਜੀ। ਨਾਨਕ ਨਾਮ ਨਾ ਵਿਸਰੈ, ਮਹਾਰਾਜ ਕਹਿੰਦੇ ਨਾਨਕ ਨਾਮ ਨਹੀਂ ਵਿਸਰਨਾ ਚਾਹੀਦਾ। ਕਰਮ ਸੱਚੈ ਨੀਸਾਨ, ਨਾਮ
ਵਿਸਰੇਗਾ ਵੀ ਨਹੀਂ। ਜਦੋਂ ਕਰਮ ਸੱਚੇ ਹੋ ਗਏ ਤੇ ਨਿਸ਼ਾਨ ਗੁਰੂ ਸਾਹਿਬ ਨੇ ਮੱਥੇ ਤੇ ਲਾ ਦਿੱਤਾ, ਫਿਰ ਨਹੀਂ ਨਾਮ ਵਿਸਰੇਗਾ। ਜਿੱਦੋਂ ਗੁਰੂ ਨੇ ਨਾਮ ਦੇ ਦਿੱਤਾ ਫਿਰ ਤੇ ਉਹਦੀ ਬਖਸ਼ਿਸ਼ ਨਾਲ ਦਿਨ ਰਾਤ ਬਹਿੰਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਸਾਸ ਵਿਲਾਸ ਪੂਰਵਕ ਨਾਮ ਜਪੇਗਾ। ਜਦੋਂ ਗੁਰੂ ਦੀ ਬਖਸ਼ਿਸ਼ ਹੋ ਗਈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਕੁੱਲਾ ਚੁੱਕਾਂ ਦੀ ਕਿਰਪਾ ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।